ਉਹਨਾਂ ਨੂੰ ਅਨਮਿਊਟ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਸਵਾਰਿਓ, ਆਪ ਸਾਰਿਆਂ ਨੂੰ ਅੱਜ ਦੇ ਇਸ ਗੁਰਮਤਿ ਕਲਾਸ ਵਿੱਚ ਜੀ ਆਇਆਂ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਦੇ ਨਾਲ ਅਸੀਂ ਇਸ ਗੁਰਮਤਿ ਕਲਾਸ ਵਿੱਚ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਹਾਂ। ਸੋਮਵਾਰ ਨੂੰ ਅਸੀਂ ਸਵਾਲ ਜਵਾਬ ਦਾ ਸੈਸ਼ਨ ਕਰਦੇ ਹਾਂ। ਆਪ ਜੀ ਵੱਲੋਂ ਭੇਜੇ ਹੋਏ ਸਵਾਲਾਂ ਦੇ ਜਵਾਬ ਪੈਨਲ ਮੈਂਬਰਸ ਵੱਲੋਂ ਦਿੱਤੇ ਜਾਂਦੇ ਹਨ। ਇਹ ਸੇਵਾ ਸਵਾਲ ਜਵਾਬ ਦੀ ਪੂਰੀ ਵੀਰ ਜੀ ਰਾਇਆ ਸਿੰਘ ਜੀ ਨਿਭਾਉਂਦੇ ਹਨ। ਤਾਂ ਮੈਂ ਵੀ ਰਾਇਆ ਸਿੰਘ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਅੱਜ ਦੇ ਇਸ ਸਵਾਲ ਜਵਾਬ ਸੈਸ਼ਨ ਦੇ ਸ਼ੁਰੂ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਅੱਜ ਦਾ ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਪੈਨਲ ਮੈਂਬਰਾਨਸ ਨੇ ਉਹ ਆਪ ਸਾਰਿਆਂ ਨਾਲ ਫਤਿਹ ਸਾਂਝੀ ਕਰਨਗੇ ਜੀ। ਵੀਰ MP ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਫਤਿਹ। ਕਾਫੀ ਦੇਰ ਬਾਅਦ ਦਰਸ਼ਨ ਹੋਏ। ਸਾਹਿਬ ਮਨਮੋਹਨ ਸਿੰਘ ਜੀ। ਮਨਮੋਹਨ ਸਿੰਘ ਜੀ ਅਨਮਿਊਟ ਕਰਕੇ ਹਾਂਜੀ ਫਤਿਹ ਸਾਂਝੀ ਕਰੋ ਸੰਗਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਭੈਣ ਮਨਿੰਦਰ ਕੌਰ ਜੀ, ਕੁਝ ਸਮੇਂ ਤੋਂ ਠੀਕ ਨਹੀਂ ਸਨ, ਮਹਾਰਾਜ ਨੇ ਕਿਰਪਾ ਕੀਤੀ ਹੈ, ਠੀਕ ਹੋ ਗਏ ਨੇ, ਅੱਜ ਜੁਆਇਨ ਕੀਤਾ ਉਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਤਜਿੰਦਰ ਸਿੰਘ ਜੀ। ਤਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਜਗੀਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਾਹਿਬ ਕਿੱਕਰ ਸਿੰਘ ਜੀ ਜੁਆਇਨ ਨਹੀਂ ਕਰ ਰਹੇ, ਕਿਤੇ ਬਾਹਰ ਗਏ ਨੇ। ਤੇ ਵੀਰ ਹਰਜੀਤ ਸਿੰਘ ਜੀ ਨੇ ਸੰਗਤ ਨਾਲ ਫਤਿਹ ਸਾਂਝੀ ਕੀਤੀ ਹੈ। ਤਾਂ ਆਓ ਸਾਧ ਸੰਗਤ ਜੀ, ਆਪ ਜੀ ਵੱਲੋਂ ਜੋ ਸਵਾਲ ਭੇਜੇ ਜਾਂਦੇ ਹਨ ਤਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿੰਨਾ ਕੁਛ ਨੇ ਸੂਚਨਾ ਪ੍ਰਾਪਤ ਹੋ ਸਕੇ, ਉਹਨਾਂ ਦੀ ਇਨਫੋਰਮੇਸ਼ਨ ਮਿਲ ਸਕੇ, ਉਹ ਆਪ ਨਾਲ ਸਾਂਝੀ ਕਰੀਏ। ਤੋ ਇਸੇ ਤਰ੍ਹਾਂ ਅੱਜ ਵੀ ਸਾਡੇ ਕੋਲ ਕੁਝ ਸਵਾਲ ਜਿਹੜੇ ਆਏ ਨੇ ਉਹਨਾਂ ਨੂੰ ਆਪਾਂ ਇੱਕ ਇੱਕ ਸਵਾਲ ਕਰਕੇ ਲਵਾਂਗੇ। ਤੋ ਸਵਾਲ ਜਿਹੜੇ ਨੇ ਉਹ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧ ਰੱਖਦੇ ਨੇ। ਤੋ ਸਭ ਤੋਂ ਪਹਿਲਾਂ ਇੱਕ ਸਵਾਲ ਜਿਹੜਾ ਹੈ ਇਹ ਭੈਣ ਗੁਰਚਰਨ ਕੌਰ ਜੀ ਨੇ USA ਤੋਂ ਪੁੱਛਿਆ ਸੀਗਾ ਪਿਛਲੇ ਹਫ਼ਤੇ ਜਿਸ ਵੇਲੇ ਕਲਾਸ ਦੀ ਸਮਾਪਤੀ ਹੋ ਰਹੀ ਸੀ। ਤਾਂ ਉਹਨਾਂ ਦਾ ਸਵਾਲ ਇਹ ਹੈ ਕਿ ਸਾਧ ਸੰਗਤ ਜਿਸ ਵੇਲੇ ਸਹਿਜ ਪਾਠ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਜਿੱਥੇ ਗੁਰੂ ਅਰਜਨ ਸਾਹਿਬ ਜੀ ਨੇ ਜਿਹੜੀ ਐਡਿਟਿੰਗ ਕੀਤੀ ਹੈ ਉਹਦੀਆਂ ਬਹੁਤ ਸਾਰੀਆਂ ਵੰਨਗੀਆਂ ਸਾਡੇ ਸਾਹਮਣੇ ਆਉਂਦੀਆਂ ਨੇ ਔਰ ਬੜੀ ਸ਼ਾਨਦਾਰ ਐਡਿਟਿੰਗ ਹੈ ਔਰ ਕਈ ਤੇ ਐਸੇ ਤੱਥ ਉਹਨਾਂ ਨੇ ਲਏ ਨੇ ਜਿਹੜੇ ਅੱਜ ਤੱਕ ਕਿਸੇ ਵੀ ਲਿਖਾਰੀ ਨੇ ਵਿਦਵਾਨ ਨੇ ਨਹੀਂ ਲਿਖੇ। ਤੋ ਕਈ ਸ਼ਬਦ ਜਿਸ ਤਰ੍ਹਾਂ ਗੌੜੀ ਰਾਗ ਵਿੱਚ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਗੌੜੀ ਦੇ ਨਾਲ ਕੁਝ ਅੱਖਰ ਪਏ ਹੁੰਦੇ ਨੇ, ਜਿਵੇਂ ਗੌੜੀ 9ਵਾਂ, ਗੌੜੀ 13ਵਾਂ। ਕਈ ਵਾਰੀ ਕਈਆਂ ਦੇ ਪੈਰ 'ਚ ਵੀ ਛੋਟਾ ਜਿਹਾ ਅੱਖਰ ਜਿਹੜਾ ਪਿਆ ਹੁੰਦਾ। ਇਸੇ ਤਰ੍ਹਾਂ ਉਹਨਾਂ ਨੇ 369 ਪੰਨੇ ਤੇ ਦੱਸਿਆ ਸੀ ਕਿ ਰਾਗ ਆਸਾਵਾੜੀ ਘਰ ਅੱਗੇ 16ਵਾਂ ਲਿਖਿਆ। ਤੋ ਕਹਿੰਦੇ ਵੀ ਆਇਆ ਜਿਹੜਾ ਗੌੜੀ ਰਾਗ ਵਿੱਚ ਗੌੜੀ 9ਵਾਂ, ਗੌੜੀ 13 ਜਾਂ ਆਦਿਕ ਲਿਖਿਆ, ਵੀ ਇਹਨਾਂ ਨੂੰ ਕਿਸ ਤਰ੍ਹਾਂ ਉਚਾਰਨ ਕਰਨਾ ਹੈ ਔਰ ਇਹਨਾਂ ਦਾ ਮਹੱਤਵ ਕੀ ਹੈ। ਮੈਂ ਬੇਨਤੀ ਕਰ ਰਿਹਾ ਸਤਜਗੀਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਇੱਥੇ ਚਾਨਣਾ ਪਾਉਣ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 369 ਅੰਕ ਦੇ ਉੱਪਰ ਜੀ ਰਾਗ ਆਸਾ ਘਰ 8 ਲਿਖਿਆ ਹੋਇਆ ਗੇ ਕਿ ਕਾਫੀ ਦੇ ਥੱਲੇ 2 ਪਾਇਆ ਹੋਇਆ, ਮਹਿਲਾ ਚੌਥਾ। ਇਹਦੇ ਵਿੱਚ ਜਿਹੜਾ ਜੀ ਆਪਾਂ ਨੇ ਉਚਾਰਨ ਕਰਨਾ ਘਰ 8ਵੇਂ ਉਚਾਰਨ ਕਰਨਾ। ਕਿਉਂ ਕਰਨਾ? ਕਿਉਂਕਿ ਇਹ ਤੋਂ ਬਾਅਦ ਨਾ 8 ਤੋਂ ਬਾਅਦ ਕੇ ਲਿਖਿਆ ਹੋਇਆ, ਕੇ ਬਹੁ ਵਚਨ ਬਣ ਗਿਆ। ਜੇ ਇਹ ਇਕੱਲਾ ਘਰ 8 ਹੁੰਦਾ ਤਾਂ ਫਿਰ ਆਪਾਂ ਨੂੰ ਉਚਾਰਨ ਕਰਨਾ ਸੀ ਘਰ 8ਵਾਂ।
ਹੁਣ ਕੀ ਆ ਗਿਆ ਕੇ, ਹੁਣ ਅਸੀਂ ਉਚਾਰਨ ਕਰਾਂਗੇ ਘਰ 8ਵੇਂ ਕੇ ਕਾਫੀ। ਦੋ ਦਾ ਮਤਲਬ ਹੈ ਇਹ ਦੋ ਸ਼ਬਦ ਨੇ, ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਜੀ। ਇਸੇ ਪੰਨੇ ਦੇ ਉੱਤੇ ਜੀ ਇੱਕ ਸ਼ਬਦ ਹੋਰ ਹੈਗੇ, ਰਾਗ ਆਸਾਵਰੀ ਘਰ 16ਵੇਂ ਕੇ 2 ਮਹਿਲਾ ਚੌਥਾ ਸੁਗੰਧ ਜੀ। ਇਹਦੇ ਵਿੱਚ ਵੀ ਆਪਾਂ ਨੇ ਘਰ 16ਵੇਂ ਕੇ, 16ਵਾਂ ਨਹੀਂ ਪੜ੍ਹਨਾ ਜਾਂ 16 ਨਹੀਂ ਪੜ੍ਹਨਾ ਹੈਗਾ, ਕਿਉਂਕਿ ਕੇ ਬਹੁ ਵਚਨ ਬਣ ਗਿਆ, ਅੱਗੇ ਦੋ ਲਿਖਿਆ ਵੀ ਦੋ, ਇਹ ਦੋ ਦਾ ਮਤਲਬ ਹੈ ਕਿ ਦੋ ਸ਼ਬਦ ਆ ਰਹੇ ਨੇ। ਇਸ ਕਰਕੇ ਇਹਦਾ ਉਚਾਰਨ ਕਰਾਂਗੇ ਘਰ 16ਵੇਂ ਕੇ 2 ਮਹਿਲਾ ਚੌਥਾ ਸੁਗੰਧ। ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਜੀ। ਦੋ ਦਾ ਮਤਲਬ ਅਰਥ ਹੈ ਇਹ ਦੋ ਸ਼ਬਦ ਹਨ। ਇਸ ਤਰ੍ਹਾਂ ਅੰਕ ਨੰਬਰ 337 ਦੇ ਉੱਪਰ ਲਿਖਿਆ ਜੀ ਗੌੜੀ 9 ਜੋਨ ਛਾੜ ਜੋ ਜਗ ਮੈਂ ਆਇਓ। ਇਹਦਾ ਗੌੜੀ 9 ਇਹ ਸ਼ਬਦ ਜੀ ਕਬੀਰ ਜੀ ਦਾ ਸ਼ਬਦ ਹੈ। ਇਸ ਨੂੰ ਆਪਾਂ ਨੇ ਪਾਠ ਇਦਾਂ ਕਰਨਾ, ਗੌੜੀ ਘਰ 9ਵਾਂ। ਇਸ ਤੋਂ 338 ਅੰਕ ਦੇ ਉੱਤੇ ਰਾਗ ਗੌੜੀ 11 ਆਸ ਪਾਸ ਧਨ ਤੁਲਸੀਗਾ ਬਿਰਵਾ ਮਾਝ ਬਨਾਰਸ ਗੌਰੇ। ਇਹ ਗੌੜੀ 11 ਪਾਠ ਨਹੀਂ ਕਰਨਾ ਹੈਗਾ, ਗੌੜੀ ਘਰ 11ਵਾਂ ਪਾਠ ਕਰਨਾ ਜੀ। 11ਵੇਂ ਵੀ ਨਹੀਂ ਕਰਨਾ, 11 ਪਾਠ ਕਰਨਾ ਜੀ। ਫਿਰ ਇਸੇ ਅੰਕ ਦੇ ਉੱਤੇ ਫਿਰ ਦੁਬਾਰਾ ਲਿਖਿਆ ਹੋਇਆ ਜੀ ਰਾਗ ਗੌੜੀ ਪੂਰਵੀ 12 ਬਿਲ ਬਸਤਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਵਾਸਾ। ਇੱਥੇ ਵੀ ਆਪਾਂ ਪਾਠ ਕਰਾਂਗੇ ਜੀ ਗੌੜੀ ਪੂਰਵੀ ਘਰ 12ਵਾਂ, ਕਿਉਂਕਿ ਸਾਰੇ ਸ਼ਬਦ ਕਬੀਰ ਜੀ ਦੇ ਨੇ। ਇਹ ਜਿਹੜਾ 11 12 9 ਇਹ ਘਰ ਦੇ ਨੂੰ ਸੰਬੋਧਨ ਕਰਦੇ ਨੇ, ਇਸ ਕਰਕੇ ਇਹਨਾਂ ਦਾ ਪਾਠ ਇਦਾਂ ਕਰਨਾ ਜੀ। ਤੇ ਇਸੇ ਸੰਬੰਧ ਦੇ ਵਿੱਚ ਜੀ ਹੋਰ ਵੀ ਹੈਗਾ ਇੱਕ ਗੌੜੀ ਕੀ ਬਾਰ ਮਹੱਲਾ ਚੌਥਾ ਜੀ 300 ਅੰਕ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ। ਇਹ ਗੌੜੀ ਕੀ ਬਾਰ ਮਹੱਲਾ ਚੌਥਾ, ਚੌਥਾ ਦਾ ਮਤਲਬ ਹੈ ਜਿਹੜੀਆਂ ਪੌੜੀਆਂ ਨੇ ਇਹ ਗੁਰੂ ਰਾਮਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਪਰ ਇਹਦੀਆਂ ਕੁੱਲ ਪੌੜੀਆਂ ਹੈਗੀਆਂ 33। ਜਿਹੜੀ 27 28 29 30 ਤੇ 31 ਇਹ 5 ਪੌੜੀਆਂ ਲੇਕਿਨ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀਆਂ ਹੋਈਆਂ ਨੇ। ਪੌੜੀ ਨੰਬਰ 27 ਤੇ 28 29 ਇਹਦੇ ਵਿੱਚ ਲਿਖਿਆ ਪੌੜੀ 5 ਇਦਾਂ ਲਿਖਿਆ ਹੋਇਆ ਜੀ। ਲੇਕਿਨ ਜਿਹੜੀ ਪੌੜੀ ਨੰਬਰ 30 ਤੇ 31 ਹੈਗੀ ਹੈ ਉਹ 'ਚ ਲਿਖਿਆ ਪੌੜੀ ਮਹੱਲਾ 5ਵਾਂ ਜੀ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜੀ ਪੌੜੀ ਹੈ ਇਹ ਗੁਰੂ ਅਰਜਨ ਦੇਵ ਜੀ ਦੀ ਉਚਾਰਨ ਕੀਤੀ ਹੋਈ ਹੈ। ਇਸ ਲਈ ਜਿੱਥੇ ਪੌੜੀ 5 ਲਿਖਿਆ ਹੋਇਆ ਇਸ ਨੂੰ ਆਪਾਂ ਨੇ ਉਚਾਰਨ ਕਰਨਾ ਪੌੜੀ ਮਹੱਲਾ 5ਵਾਂ। ਇਹਨੂੰ ਪੌੜੀ 5 ਨਹੀਂ ਉਚਾਰਨ ਕਰਨਾ ਜਾਂ ਛੱਡਣਾ ਨਹੀਂ ਹੈਗਾ, ਇਹਨੂੰ ਪੌੜੀ ਮਹੱਲਾ 5ਵਾਂ ਉਚਾਰਨ ਕਰਨਾ। ਇਸੇ ਤਰ੍ਹਾਂ ਇੱਕ ਹੋਰ ਬਾਰ ਮਲਹਾਰ ਕੀ ਮਹੱਲਾ ਪਹਿਲਾ, ਇਹ ਗੁਰੂ ਨਾਨਕ ਦੇਵ ਦੀ ਬਾਰ ਹੈਗੀ ਹੈ ਜੀ। ਇਹ ਬਾਰ ਦਾ ਮਤਲਬ ਇਹ ਹੈ ਵੀ ਜਿਹੜੀਆਂ ਪੌੜੀਆਂ ਨੇ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਲੇਕਿਨ ਇਹਦੇ ਵਿੱਚ ਵੀ ਜਿਹੜੀ 27ਵੀਂ ਪੌੜੀ ਆ ਉਹ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤੀ ਹੈ। ਇਹਦੇ ਵਿੱਚ ਲਿਖਿਆ ਪੌੜੀ 9ਵੀਂ ਮਹੱਲਾ 5ਵਾਂ ਸਭੋ ਵਰਤੈ ਚਲਤ ਬਖਾਣਿਆ। ਇਹਦੇ ਵਿੱਚ ਵੀ ਪਾਠ ਇਦਾਂ ਕਰਨਾ ਪੌੜੀ 9ਵੀਂ ਮਹੱਲਾ 5ਵਾਂ, ਇਹੀ ਪਾਠ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਇਹ ਵੀ ਦੱਸੋ ਵੀ ਜਿੱਥੇ ਆਉਂਦਾ ਦੇਵਗੁਧਾਰੀ ਅੱਗੇ ਅੱਖਰ ਲਿਖਿਆ ਹੁੰਦਾ 5 ਦੇਵਗੁਧਾਰੀ 5 ਉਹਨੂੰ ਕਿਸ ਤਰ੍ਹਾਂ ਉਚਾਰਨ ਕਰਨਾ? ਦੇਵਗੁਧਾਰੀ ਮਹੱਲਾ 5ਵਾਂ ਕਰਾਂਗੇ ਜੀ। ਅੱਛਾ ਦੇਵਗੁਧਾਰੀ ਮਹੱਲਾ 5। ਹਾਂਜੀ ਹਾਂਜੀ ਹਾਂਜੀ, ਕਿਉਂਕਿ ਦੇਵਗੁਧਾਰੀ ਰਾਗ ਵਿੱਚ ਇੱਕ ਦੋ ਸ਼ਬਦ ਨੇ ਜਿਨ੍ਹਾਂ 'ਚ ਇਸ ਤਰ੍ਹਾਂ ਲਿਖੇ ਦੇਵਗੁਧਾਰੀ 5 ਤੇ ਤੁਸੀਂ ਫਰਮਾਇਆ ਕਿ ਦੇਵਗੁਧਾਰੀ ਮਹੱਲਾ 5ਵਾਂ ਪੜ੍ਹ। ਸ਼ੁਕਰੀਆ ਜੀ ਆਪ ਜੀ ਦਾ। ਤੋ ਸਾਧ ਸੰਗਤ ਜੀ ਇਹ ਪੁਆਇੰਟ ਬੜੇ ਜ਼ਰੂਰੀ ਨੇ ਜਿਸ ਲਈ ਸਹਿਜ ਪਾਠ ਕਰਦੇ ਹਾਂ। ਔਰ ਇੱਕ ਗੱਲ ਹੈ ਕਿ ਜੇ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਆਵੇ ਜਿਹੜੀ ਸਾਨੂੰ ਕਲੀਅਰ ਨਹੀਂ ਆ ਤਾਂ ਉਹ ਸਾਨੂੰ ਜ਼ਰੂਰ ਨੋਟ ਕਰਕੇ ਉਹਦਾ ਸਵਾਲ ਬਣਾਉਣਾ ਚਾਹੀਦਾ ਜਾਂ ਕਿਸੇ ਤੋਂ ਪੁੱਛਣਾ ਚਾਹੀਦਾ। ਤੋ ਵੀਰ ਜੀ ਨੇ ਬੜਾ ਨਾਲ ਐਗਜ਼ਾਮਪਲਸ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਤੁਕਾਂ ਸਾਡੇ ਸਾਹਮਣੇ ਰੱਖੀਆਂ ਨੇ। ਬਹੁਤ ਬਹੁਤ ਧੰਨਵਾਦ। ਤੋ ਆਸ ਹੈ ਭੈਣ ਗੁਰਚਰਨ ਕੌਰ ਜੀ ਆਪ ਜੀ ਨੂੰ ਵੀ ਆਪ ਜੀ ਦਾ ਮੈਸੇਜ ਆ ਗਿਆ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ। ਤੋ ਆਓ ਸਾਧ ਸੰਗਤ ਜੀ ਅਗਲਾ ਜਿਹੜਾ ਸ਼ਬਦ ਹੈ ਉਹ ਸਾਹਿਬ ਪ੍ਰਭ ਕੀਰਤਨ ਸਿੰਘ ਜੀ ਕਰਨਗੇ। ਸ਼ਬਦ ਜਿਹੜਾ ਹੈ ਉਹ ਹਰ ਗੁਰੂ ਨਾਨਕ ਜਿਨ ਪਰਸਿਓ ਸੇ ਜਨਮ ਮਰਨ ਦੋਹ ਥੇ ਰਹਿਓ। ਇਹ ਤੁਕਾਂ ਜਿਹੜੀਆਂ ਨੇ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1386 ਤੋਂ ਕੋਟ ਕੀਤੀਆਂ ਨੇ ਸਵਾਲ ਕਰਤਾ ਨੇ। ਪਰ ਉਹਨਾਂ ਦਾ ਸਵਾਲ ਇਹ ਹੈ ਵੀ ਲੋਕ ਤੇ ਪਰਲੋਕ ਇਹ ਕਿਹਨੂੰ ਕਿਹਾ ਜਾਂਦਾ? ਲੋਕ ਤੇ ਪਰਲੋਕ। ਹਾਂਜੀ ਪ੍ਰਭ ਕੀਰਤਨ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ। ਫਤਿਹ।
ਜਿਹੜਾ ਪਰਲੋਕ ਦਾ ਹੈ ਜੀ, ਉਹਦਾ ਅਰਥ ਸਾਡੇ ਜੋ ਗੁਰਮਤਿ ਦੇ ਵਿੱਚ ਹੈ, ਪਹਿਲਾਂ ਤੇ ਆਪਾਂ ਇਹ ਦੇਖ ਲਈਏ ਕਿ ਪਰਲੋਕ ਸ਼ਬਦ ਜਿਹੜਾ ਹੈ ਕੁਦਰਤੀ ਗੁਰੂ ਸਾਹਿਬ ਨੇ ਬੜਾ ਘੱਟ ਇਸਤੇਮਾਲ ਕੀਤਾ। ਕੇਵਲ 4 ਵਾਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦੇ ਵਿੱਚ ਆਇਆ। ਮੈਂ ਉਹ ਚਾਰੇ ਤੁਕਾਂ ਆਪ ਜੀ ਨੂੰ ਦੱਸ ਰਿਹਾ ਹਾਂ ਜੀ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਇਹ ਪੰਨਾ 292 ਤੇ ਹੈ ਜੀ। ਇਸੇ ਤਰ੍ਹਾਂ ਹੀ ਇਹ ਲੋਕ ਪਰਲੋਕ ਸੰਗ ਸਹਾਈ ਜਤ ਮੋਹਿ ਰਖਵਾਲੇ, ਇਹ 679 ਤੇ ਹੈ ਜੀ। ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ, ਇਹ 1253 ਤੇ ਇੱਕ ਸੂਰਦਾਸ ਜੀ ਦਾ ਹੈ ਜੀ ਕਿ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹ ਪਰਲੋਕ। तो ये परलोक शब्द जो है ये जो अर्थ भाई कान सिंह नाभा जी ने कीते हैं, वो उन्होंने कहा है कि दूसरा लोक। ते जदों ये लोक दे अर्थ कहते हैं कि कुछ लोकां दे बारे असीं करते हाँ तो इहदा अर्थ बन जाता है कि पराए लोक। तो इस तरह इहदा अर्थ बनता है कि दूजा लोक। पर दूजा लोक दा अर्थ सानू स्वर्ग नरक या शिव लोक ब्रह्म लोक या पितर लोक आदि नहीं ਲੈ ਸਕਦੇ, ਕਿਉਂਕਿ ਇਹ ਸਾਰੇ ਸੰਕਲਪ ਜਿਹੜੇ ਹੈਗੇ ਨੇ ਇਹ ਗੁਰਮਤਿ ਦੇ ਵਿੱਚ ਪ੍ਰਵਾਨ ਨਹੀਂ ਹਨ। ਤਾਂ ਗੁਰਮਤਿ ਦੇ ਵਿੱਚ ਅਜਿਹਾ ਕੋਈ ਇਸ ਜਗਤ ਤੋਂ ਇਲਾਵਾ ਹੋਰ ਕੋਈ ਐਸਾ ਲੋਕ ਪ੍ਰਵਾਨ ਨਹੀਂ ਹੈ। ਸਤਿਗੁਰਾਂ ਨੇ ਕਿਤੇ ਵੀ ਉਹਦਾ ਕੋਈ ਨਾ ਜ਼ਿਕਰ ਕੀਤਾ ਹੈ ਨਾ ਉਹਦਾ ਵਿਆਖਿਆ ਕੀਤੀ ਹੈ ਕਿ ਇਨਸਾਨ ਇਸ ਜਗਤ ਤੋਂ ਬਾਅਦ ਕਿਸੇ ਹੋਰ ਲੋਕ ਦੇ ਵਿੱਚ ਜਾਂਦਾ ਹੈ। ਤੋ ਗੁਰਬਾਣੀ ਦੇ ਵਿੱਚ ਕਈ ਫਰਮਾਨ ਹਨ, ਕੇਵਲ ਮਤਲਬ ਨਮੂਨੇ ਮਾਤਰ ਆਪ ਜੀ ਦੇ ਨਾਲ ਟੂਕ ਮਾਤਰ ਆਪ ਜੀ ਨੂੰ ਦੇ ਰਿਹਾ ਹਾਂ। ਜਿਵੇਂ ਕਿ ਸਤਿਗੁਰੂ ਜੀ ਨੇ ਜਿਵੇਂ ਅੱਗੇ ਜ਼ਿਕਰ ਕੀਤਾ ਸਵਰਗ ਤੇ ਨਰਕ ਦਾ, ਸਤਿਗੁਰੂ ਜੀ ਫਰਮਾ ਰਹੇ ਹਨ ਕਿ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਭਾਵ ਇਹ ਦੋਨੋਂ ਰੱਦ ਕਰ ਦਿੱਤੇ ਗਏ ਨੇ ਜੀ। ਇਸੇ ਤਰ੍ਹਾਂ ਹੀ ਸੁਰਗ ਵਾਸ ਨਾ ਬਾਂਛੀਐ ਡਰੀਐ ਨਾ ਨਰਕ ਨਿਵਾਸ, ਵੀ ਸਾਡੇ ਵਾਸਤੇ ਨਾ ਤਾਂ ਸੁਰਗ ਕੋਈ ਅਟਰੈਕਸ਼ਨ ਰੱਖਦਾ ਤੇ ਨਾ ਨਰਕ ਕੋਈ ਡਰ ਰੱਖਦਾ। ਕਾਰਨ ਇਹੀ ਹੈ ਕਿ ਅਸੀਂ ਇਹਨਾਂ ਦੋਵਾਂ ਦੇ ਵਿੱਚ ਹੀ ਯਕੀਨ ਨਹੀਂ ਰੱਖਦੇ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਨੇ ਮਤਲਬ ਬਾਣੀ ਭਗਤ ਬੇਣੀ ਜੀ ਦੀ ਜੋ ਦਰਜ ਕੀਤੀ ਹੈ ਉਹਦੇ ਵਿੱਚ ਆਉਂਦਾ ਹੈ ਕਿ ਬੇਣੀ ਕਹੈ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ, ਵੀ ਮਰਨ ਤੋਂ ਬਾਅਦ ਕਿੰਨੇ ਮੁਕਤ ਪਾਈ। ਤੋ ਇਸ ਕਰਕੇ ਮੁਕਤੀ ਦਾ ਸੰਬੰਧ ਜਿਹੜਾ ਦੂਜੇ ਧਰਮਾਂ ਦੇ ਵਿੱਚ ਸਵਰਗ ਨਰਕ ਤੇ ਇੰਦਰਲੋਕ ਬ੍ਰਹਮ ਲੋਕ ਜਾਂ ਹੋਰ ਮਤਲਬ ਬਹਿਸ਼ਤ ਤੇ ਜਨਮ ਇਸ ਤਰੀਕੇ ਨਾਲ ਜੋੜਿਆ ਜਾਂਦਾ ਹੈ। ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਬਿਲਕੁਲ ਆਪਣੇ ਸਿਧਾਂਤਾਂ ਦੇ ਵਿੱਚ ਰੱਦ ਕੀਤੀਆਂ ਨੇ। ਤਾਂ ਸਵਾਲ ਖੜਾ ਹੁੰਦਾ ਹੈ ਕਿ ਫਿਰ ਪਰਲੋਕ ਹੈ ਕੀ ਹੈ। ਹੁਣ ਗੁਰਮਤਿ ਦੇ ਵਿੱਚ ਲੋਕ ਜਾਂ ਇਹ ਲੋਕ ਜਿਹੜਾ ਸੀ ਜਾਂ ਲੋਕ ਕੱਲਾ ਵਰਤਿਆ ਜਾਂਦਾ ਹੈ, ਜਿਵੇਂ ਲੋਕ ਪਰਲੋਕ ਦੇ ਵਿੱਚ ਆਇਆ ਹੈ, ਉਹਦਾ ਅਰਥ ਇਹ ਹੈ ਕਿ ਇਹ ਜਿਹੜਾ ਜਗਤ ਜਿਹੜਾ ਤਿੰਨਾਂ ਗੁਣਾਂ ਤੇ ਪੰਜ ਭੂਤਾਂ ਦੇ ਵਿੱਚ ਵਰਤ ਰਿਹਾ ਹੈ, ਜਿਹਨੂੰ ਭਾਵ ਸਾਗਰ ਕਿਹਾ ਗਿਆ ਹੈ। ਭਾਵ ਜਿਹੜੇ ਫਿਜ਼ੀਕਲ ਵਰਲਡ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ ਇਸ ਧਰਤੀ ਉੱਤੇ, ਲੋਕ ਦਾ ਅਰਥ ਉਹ ਹੈ। ਤੇ ਪਰਲੋਕ ਦਾ ਅਰਥ ਉਹ ਹੈ ਜਦੋਂ ਅਕਾਲ ਪੁਰਖ ਦੀ ਜਿਹੜੀ ਹਜ਼ੂਰੀ ਦਾ ਜਗਤ ਹੈ, ਜਿਸ ਨੂੰ ਬਾਣੀ ਦੇ ਵਿੱਚ ਕਈ ਥਾਵਾਂ ਦੇ ਉੱਤੇ ਜ਼ਿਕਰ ਕੀਤਾ ਸਤਿਗੁਰੂ ਜੀ ਨੇ, ਸੱਚਾ ਆਪ ਸੱਚਾ ਦਰਬਾਰ। ਤੋ ਇਹ ਜੋ ਸੱਚਾ ਦਰਬਾਰ ਕਿਹਾ ਸਤਿਗੁਰਾਂ ਨੇ, ਇਹ ਉਹ ਜਗਤ ਹੈ ਜੋ ਅਕਾਲ ਪੁਰਖ ਦੇ ਹਜ਼ੂਰੀ ਦਾ ਜਗਤ ਹੈ। ਇਸੇ ਤਰ੍ਹਾਂ ਹੀ ਜਦੋਂ ਜਪਜੀ ਸਾਹਿਬ ਵਿੱਚ ਜ਼ਿਕਰ ਆਇਆ ਸੀ ਪੰਚਾਂ ਦਾ, ਤਾਂ ਉੱਥੇ ਫਰਮਾਨ ਸੀ ਕਿ ਪੰਚੇ ਪਾਵੈ ਦਰਗਾਹ ਮਾਨ। ਤਾਂ ਉਹ ਦਰਗਾਹ ਦਾ ਅਰਥ ਵੀ ਇਹੀ ਸੀ ਕਿ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ। ਤਾਂ ਇਸੇ ਤਰ੍ਹਾਂ ਹੀ ਅੰਤਲੇ ਸ਼ਲੋਕ ਦੇ ਵਿੱਚ ਵੀ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਕਰਮੀ ਆਪੋ ਆਪਣੀ ਵਾਚੈ ਧਰਮ ਹਦੂਰ। ਤਾਂ ਇੱਥੇ ਹਦੂਰ ਦਾ ਅਰਥ ਵੀ ਜਿਹੜਾ ਹੈ ਉਹ ਹਜ਼ੂਰੀ ਦਾ ਹੈ। ਭਾਵ ਉਹ ਜਗਤ ਜੋ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਹੈ, ਜਿੱਥੇ ਬੈਠ ਕੇ ਅਕਾਲ ਪੁਰਖ ਦਾ ਧਰਮ ਹੁਕਮ ਜੋ ਹੈ ਉਹ ਨਿਰਣਾ ਕਰਦਾ ਹੈ, ਕਰਮਾਂ ਦਾ ਵਿਚਾਰ ਕਰਦਾ ਹੈ। ਤਾਂ ਹਜ਼ੂਰੀ ਦਾ ਜਗਤ ਉੱਥੇ ਹੀ ਹੈ ਜਿੱਥੇ ਅਕਾਲ ਪੁਰਖ ਵਸ ਰਿਹਾ ਹੈ। ਉਸ ਤੋਂ ਇਲਾਵਾ ਸਾਨੂੰ ਕਿਸੇ ਹੋਰ ਜਗਤ ਦੀ ਕਲਪਨਾ ਕਰਨ ਦੀ ਜਾਂ ਉਹਦਾ ਸੰਕਲਪ ਬਣਾਉਣ ਦੀ ਲੋੜ ਨਹੀਂ ਹੈ। ਅਕਾਲ ਪੁਰਖ ਵਸ ਰਿਹਾ ਹੈ ਆਪਣੀ ਕੁਦਰਤ ਦੇ ਵਿੱਚ, ਹਰ ਜੀਵ ਦੇ ਵਿੱਚ, ਹਰ ਮਨੁੱਖ ਵਿੱਚ, ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਤਾਂ ਜਦੋਂ ਮਨੁੱਖ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਵਸ ਜਾਂਦਾ ਹੈ, ਭਾਵ ਉਹਦਾ ਜੀਵਨ ਇਹ ਹੋ ਜਾਂਦਾ ਹੈ ਕਿ ਉਹਨੂੰ ਹਰ ਵੇਲੇ ਅਕਾਲ ਪੁਰਖ ਪ੍ਰਤੱਖ ਤੌਰ ਤੇ ਆਪਣੇ ਸਾਹਮਣੇ ਆਪਣੇ ਹਜ਼ੂਰ ਦਿਸਦਾ ਹੈ, ਜਾਂ ਆਪ ਉਹ ਆਪਣੇ ਆਪ ਨੂੰ ਅਕਾਲ ਪੁਰਖ ਦੇ ਹਜ਼ੂਰੀ ਦੇ ਵਿੱਚ ਸਮਝਣਾ ਸ਼ੁਰੂ ਹੋ ਜਾਂਦਾ ਹੈ। ਤਾਂ ਉਸ ਦਾ ਸਾਰੇ ਕੰਮ ਜਿਹੜੇ ਹੈਗੇ ਨੇ ਉਹ ਇਉਂ ਹੋ ਜਾਂਦੇ ਹਨ ਜਿਵੇਂ ਅਕਾਲ ਪੁਰਖ
ਦੀ ਸੁਪਰਵਿਜ਼ਨ ਦੇ ਵਿੱਚ, ਅਕਾਲ ਪੁਰਖ ਦੀ ਹਜ਼ੂਰੀ ਵਿੱਚ, ਅਕਾਲ ਪੁਰਖ ਦੀ ਰਜ਼ਾ ਔਰ ਉਹਦੇ ਹੁਕਮ ਦੇ ਵਿੱਚ ਹੋ ਰਹੇ ਹਨ। ਤੋ ਜਦੋਂ ਅਸੀਂ ਪਰਲੋਕ ਦੀ ਗੱਲ ਕਰਦੇ ਹਾਂ ਤਾਂ ਉਹਦਾ ਅਰਥ ਇਹੀ ਹੈ ਕਿ ਜਦੋਂ ਸਾਡੇ ਕਰਮਾਂ ਦੀ ਵਿਚਾਰ ਹੋਣੀ ਹੈ ਤਾਂ ਸਾਡਾ ਇਹ ਨਿਰਣਾ ਹੋਣਾ ਹੈ ਕਿ ਅਸੀਂ ਜਨਮ ਮਰਨ ਦੇ ਵਿੱਚ ਭਟਕਣਾ ਹੈ ਜਾਂ ਜਨਮ ਮਰਨ ਤੋਂ ਅਕਾਲ ਪੁਰਖ ਨੇ ਸਾਨੂੰ ਮੁਕਤ ਕਰਕੇ ਆਪਣੇ ਨਾਲ ਮਿਲਾ ਲੈਣਾ ਹੈ। ਤੋ ਇੱਥੇ ਸਿਰਫ ਇਤਨਾ ਹੀ ਮਤਲਬ ਹੈ, ਹੋਰ ਪਰਲੋਕ ਦਾ ਅਰਥ ਕੋਈ ਹੋਰ ਜਗਤ ਸਾਨੂੰ ਇਮੇਜਿਨ ਕਰਨ ਦੀ ਲੋੜ ਨਹੀਂ ਹੈ। ਹੋਈਆਂ ਭੁੱਲਾਂ ਦੀ ਖਿਮਾ ਦੇਣਾ ਜੀ, ਇੰਨੀ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ। ਸਾਧ ਸਾਹਿਬ ਆਪਨੇ ਪਰਲੋਕ ਦੀ ਗੱਲ ਦੱਸੀ ਹੈ, ਤਾਂ ਇਹਦੇ ਨਾਲ ਤਾਂ ਬੜਾ ਜਿਹੜੀ ਤੁਸੀਂ ਗੱਲ ਦੱਸੀ ਹੈ ਅੱਗੇ, ਨਹੀਂ ਤੇ ਆਮ ਤੌਰ ਤੇ ਸਾਧ ਸੰਗਤ ਜੀ ਪਰਲੋਕ ਦਾ ਨਾ ਇੱਕ ਐਸਾ ਨਕਸ਼ਾ ਸਾਡੇ ਮਨਾਂ 'ਚ ਬਣਿਆ ਹੈ, ਉਹ ਤੇ ਡਰ ਲੱਗਦਾ ਵੀ ਜੀ ਕੋਈ ਬੰਦਾ ਚੜਾਈ ਕਰ ਜਾਏਗਾ ਜੀ ਪਰਲੋਕ ਸੁਧਾਰ ਗਿਆ। ਤੇ ਇਹ ਵੀ ਜਰਾ ਦੱਸਣਾ ਵੀ ਪਰਲੋਕ ਸੁਧਾਰਦਾ ਕੀ ਮਤਲਬ ਹੈ, ਵੀ ਉਹ ਜਿਹੜਾ ਲਫ਼ਜ਼ ਕਿਉਂ ਵਰਤਿਆ ਜਾਂਦਾ ਪਰਲੋਕ ਸੁਧਾਰ ਗਿਆ? ਇਹ ਵੀਰ ਜੀ ਦਰਅਸਲ ਗੱਲ ਇਹ ਹੈ ਕਿ ਸਤਿਗੁਰੂ ਜੀ ਦੀ ਖਾਸੀਅਤ ਰਹੀ ਹੈ, ਜਦੋਂ ਉਹਨਾਂ ਨੇ ਆਪਣੇ ਸਿਧਾਂਤ ਦੱਸੇ ਨੇ ਕਿ ਉਹਨਾਂ ਨੇ ਹਰ ਗੱਲ ਦੱਸਣ ਦੇ ਵਾਸਤੇ ਨਵੇਂ ਲਫ਼ਜ਼ ਨਹੀਂ ਘੜੇ। ਉਹਨਾਂ ਨੇ ਜੋ ਵਰਤੇ ਜਾ ਰਹੇ ਸਨ ਲਫ਼ਜ਼, ਉਹਨਾਂ ਨੂੰ ਹੀ ਵਰਤ ਕੇ ਸਿਧਾਂਤ ਆਪਣਾ ਦੱਸਿਆ ਹੈ ਜੀ। ਤੋ ਇਹ ਸਾਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਕਿ ਬਹੁਤ ਸਾਰੇ ਲਫ਼ਜ਼ ਜਿਹੜੇ ਗੁਰਬਾਣੀ ਦੇ ਵਿੱਚ ਆਏ ਨੇ ਉਹ ਗੁਰੂ ਜੀ ਨੇ ਇੱਕ ਮੁਹਾਵਰੇ ਦੀ ਤਰ੍ਹਾਂ ਹੀ ਵਰਤੇ ਨੇ। ਉਹਨਾਂ ਵਿੱਚੋਂ ਇੱਕ ਲਫ਼ਜ਼ ਇਹ ਵੀ ਹੈ ਪਰਲੋਕ। ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੇ ਲਫ਼ਜ਼ ਨੇ, ਜਿਵੇਂ ਅਸੀਂ ਜਮਾਂ ਦੀ ਗੱਲ ਕਰ ਲਈਏ, ਜਮਦੂਤਾਂ ਦੀ ਗੱਲ ਕਰ ਲਈਏ। ਹੁਣ ਜੇ ਸਤਿਗੁਰੂ ਜੀ ਦਾ ਸਿਧਾਂਤ ਹੁੰਦਾ ਹੈ ਕਿ ਕੋਈ ਜਮ ਇਸ ਤਰ੍ਹਾਂ ਦਾ ਆਂਦਾ ਹੈ ਜਿਹੜਾ ਪਕੜ ਕੇ ਲੈ ਜਾਂਦਾ ਹੈ, ਜਾਂ ਜਮਾਂ ਦੇ ਡਰ ਦੀ ਜਦੋਂ ਗੱਲ ਕਰਦੇ ਹਾਂ ਤਾਂ ਅਸੀਂ ਦਰਅਸਲ ਗੱਲ ਕਰ ਰਹੇ ਹੁੰਦੇ ਹਾਂ ਮੌਤ ਦੀ ਤੇ ਆਤਮਕ ਮੌਤ ਦੀ। ਤੋ ਇਹ ਜੋ ਸਿਧਾਂਤ ਨੇ ਗੁਰੂ ਸਾਹਿਬ ਨੇ ਇਹਨਾਂ ਨੂੰ ਮੁਹਾਵਰੇ ਦੀ ਤਰ੍ਹਾਂ ਵਰਤਿਆ ਹੈ, ਉਸੇ ਤਰ੍ਹਾਂ ਹੀ ਅਸੀਂ ਇਹਨਾਂ ਨੂੰ ਅਡਾਪਟ ਕਰ ਲਿਆ ਹੈ। ਪਰ ਇੱਥੇ ਮੁਗਾਲਤਾ ਇਹ ਹੋ ਰਿਹਾ ਹੈ, ਗਲਤੀ ਸਾਡੇ ਕੋਲੋਂ ਇਹ ਹੋ ਰਹੀ ਹੈ ਕਿ ਅਸੀਂ ਇਹਨਾਂ ਨੂੰ ਡਿਫਾਈਨ ਕਰਨ ਲੱਗੇ ਹਾਂ, ਉਸੇ ਤਰ੍ਹਾਂ ਹੀ ਡਿਫਾਈਨ ਕਰ ਦਿੰਦੇ ਹਾਂ ਜਿਵੇਂ ਹੋਰ ਦੂਜੇ ਧਰਮਾਂ ਦੇ ਵਿੱਚ ਡਿਫਾਈਨ ਕੀਤਾ ਜਾਂਦਾ ਹੈ। ਉਹਦੇ ਕਰਕੇ ਇਹ ਸਾਰੇ ਕਨਫਿਊਜ਼ਨਸ ਕ੍ਰੀਏਟ ਹੋ ਜਾਂਦੇ ਹਨ। ਤੋ ਇਹ ਅਦਰਵਾਈਜ਼ ਜੇ ਇਹ ਹੁੰਦਾ ਕੋਈ ਪਰਲੋਕ ਉਹ ਜਿਹਾ ਸਾਡੇ ਸਿਧਾਂਤ ਹੁੰਦਾ ਤਾਂ ਜ਼ਰੂਰ ਸਤਿਗੁਰੂ ਜੀ ਨੇ ਕਿਤੇ ਨਾ ਕਿਤੇ ਉਹਦਾ ਕੋਈ ਜ਼ਿਕਰ ਕਰਕੇ ਉਹਦਾ ਕੋਈ ਨਕਸ਼ਾ ਖਿੱਚਿਆ ਹੋਣਾ ਸੀ, ਸਾਨੂੰ ਸਮਝਾਇਆ ਹੋਣਾ ਸੀ ਕਿ ਪਰਲੋਕ ਇਸ ਤਰ੍ਹਾਂ ਦਾ ਹੈ। ਤੋ ਐਸਾ ਤਾਂ ਸਤਿਗੁਰੂ ਜੀ ਨੇ ਕਿਤੇ ਵੀ ਨਹੀਂ ਕੀਤਾ। ਇਹ ਕੇਵਲ ਇੱਕ ਮੁਹਾਵਰਾ ਹੈ ਪਰਲੋਕ ਦਾ, ਇਸ ਤੋਂ ਵੱਧ ਕੁਝ ਨਹੀਂ। ਚਲੋ ਚੰਗਾ, ਤੁਸੀਂ ਇਹ ਬੜਾ ਵੱਡਾ ਇੱਕ ਡਰ ਕੱਢ ਦਿੱਤਾ ਜੀ। ਨਹੀਂ ਤੇ ਆਮ ਤੌਰ ਤੇ ਪਰਲੋਕ ਦਾ ਲਫ਼ਜ਼ ਜਿਹੜਾ ਹੈ ਇਹ ਬੜਾ ਡਰਾਉਣਾ ਜਿਹਾ ਲਫ਼ਜ਼ ਲੱਗਦਾ। ਤੋ ਇਹਦੇ ਨਾਂ ਇਹਦੇ ਕਰਕੇ ਹੀ ਬਹੁਤ ਸਾਰੇ ਕਰਮ ਕਾਂਡ ਜਿਹੜੇ ਪ੍ਰਚਲਿਤ, ਹਾਲਾਂਕਿ ਉਹ ਦੂਜਿਆਂ ਮਤਾਂ 'ਚ, ਪਰ ਸਾਡੇ ਮਤ ਵਾਲੇ ਜਿਹੜੇ ਅਸੀਂ ਲੋਕ ਆ ਉਹਨਾਂ 'ਚ ਵੀ ਕਾਫੀ ਇਹ ਘਰ ਕਰ ਚੁੱਕੇ ਨੇ। ਸਿਰਫ ਇਸੇ ਕਰਕੇ ਬੰਦਾ ਜੀ ਉਹਨੂੰ ਜਿਹੜਾ ਅਗਲੇ ਜਹਾਨ ਦਾ ਰਸਤਾ ਹੈ ਉਹਨੂੰ ਚਾਨਣ ਕਰਨ ਲਈ 365 ਦੀਵੇ ਜਗਾ ਦੇਣੇ ਚਾਹੀਦੇ ਨੇ, ਜਾਂ ਉਹਨੂੰ ਸਾਲ ਦੇ ਬਾਅਦ ਫੇਰ ਸ਼ਰਾਧ ਕਰਕੇ ਫੇਰ ਉਹ ਮਤਲਬ ਵੀ ਲੰਗਰ ਪਾਣੀ ਛਕਾਇਆ ਜਾਏ ਤੇ ਉਹਨਾਂ ਨੂੰ ਪਹੁੰਚ ਜਾਂਦਾ। ਪਰ ਲੋਕੀ ਬਕਾਇਦਾ, ਮੈਂ ਤਾਂ ਇੱਕ ਵਾਰੀ ਦਿੱਲੀ ਸਾਹਿਬ ਮੇਰੇ ਕਿਸੇ ਮਿੱਤਰ ਦਾ ਬਜ਼ੁਰਗ ਚੜ੍ਹਾਈ ਕਰ ਗਿਆ, ਤਾਂ ਉਹ ਬਕਾਇਦਾ ਜਿਸ ਵੇਲੇ ਗੁਰਦੁਆਰਾ ਸਾਹਿਬ ਗਏ ਤਾਂ ਉਹਨਾਂ ਨੇ ਜਿੱਥੇ ਇੱਕ ਆਟੇ ਦੀ ਥੈਲੀ, ਚਲੋ ਤੇ ਲੰਗਰ 'ਚ ਕੰਮ ਆ ਜਾਏਗੀ ਕੋਈ ਡਰ ਨਹੀਂ, ਆਟੇ ਦੀ ਥੈਲੀ ਲਈ, ਕੁਝ ਕੱਪੜੇ ਲਏ, ਕੁਝ ਬਿਸਤਰੇ ਲਏ, ਇੱਕ ਛਤਰੀ ਲਈ ਤੇ ਨਾਲ ਇੱਕ ਚੱਪਲ ਵੀ ਸੀ। ਉਸ ਵੇਲੇ ਗੁਰਦੁਆਰੇ ਜਾਣ ਲੱਗੇ, ਮੈਂ ਉਹਨਾਂ ਦੀ ਬਾਂਹ ਪਕੜ ਲਈ। ਮੈਂ ਕਿਹਾ ਵੀ ਕਿੱਥੇ ਇਹ ਕਾਨੂੰਨ ਚੱਲੇ ਹੋ? ਕਹਿੰਦੇ ਜੀ ਇਹ ਸਭ ਕੁਝ ਹੁੰਦਾ ਹੈ। ਮੈਂ ਕਿਹਾ ਹੁਣ ਤੁਸੀਂ ਗੁਰੂ ਦੀ ਹਜ਼ੂਰੀ ਜਿੱਥੇ ਆਟੇ ਦੀ ਥੈਲੀ ਰੱਖਣੀ ਹੈ, ਕੱਪੜੇ ਰੱਖਣੇ ਨੇ, ਚੱਪਲ ਉੱਥੇ ਰੱਖੋਗੇ? ਮੈਂ ਖੈਰ ਉਹਨਾਂ ਨੂੰ ਹੱਥ ਪਕੜ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ, ਉਹ ਨਹੀਂ ਗਈ। ਪਰ ਮੇਰਾ ਮਤਲਬ ਵੀ ਇੰਨੇ ਕੁ ਸਾਡੇ ਅੰਦਰ ਡਰ ਪੈਦਾ ਹੋ ਗਏ ਨੇ ਕਿ ਪਰਲੋਕ ਵਿੱਚ ਸਾਡੇ ਜਿਹੜੇ ਪਿੱਤਰ ਬੈਠੇ ਨੇ ਉਹ ਮਤਲਬ ਹੈ ਵੀ ਉਹਨਾਂ ਨੂੰ ਬਕਾਇਦਾ ਮਤਲਬ ਹੈ ਵੀ ਕਿਸੇ ਫਿਕਸ ਟਾਈਮ ਤੋਂ ਬਾਅਦ, ਇੰਟਰਵਲ ਤੋਂ ਬਾਅਦ, ਸਾਲ ਬਾਅਦ ਜਾਂ ਕੁਝ, ਉਹਨਾਂ ਨੂੰ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੈ। ਤੇ ਇਹ ਗੱਲਾਂ ਜਿਹੜੀਆਂ ਨੇ ਇਹ ਬੇਸ਼ੱਕ ਅਸੀਂ ਇੱਥੇ ਇਸ ਪਲੇਟਫਾਰਮ ਤੇ ਗੱਲਾਂ ਹੋਰ ਤਰ੍ਹਾਂ ਕਰ ਰਹੇ ਹਾਂ, ਪਰੰਤੂ ਆਮ ਜਿਹੜੀ ਜਨਤਾ ਦੇ ਵਿੱਚ ਇਹ ਗੱਲ ਐਸੀ ਘਰ ਕਰ ਗਈ ਹੈ। ਤੋ ਆਪ ਜੀ ਦਾ ਬਹੁਤ ਸ਼ੁਕਰੀਆ, ਤੁਸੀਂ ਇਸ ਗੱਲ ਦੀ ਕਲੀਅਰ ਕੀਤੀ ਹੈ ਵੀ ਕੋਈ ਪਰਲੋਕ ਨਾਂ ਦਾ ਵੱਖਰਾ ਐਸਾ ਸੰਸਾਰ ਨਹੀਂ ਹੈ ਜਿੱਥੇ ਜਾ ਕੇ ਕੋਈ ਹੋਰ ਗੱਲਬਾਤ ਹੈ। ਆਪਾਂ ਤੇ ਇੱਥੇ ਕਰਮੀ ਆਪੋ ਆਪਣੀ ਹੈ, ਇੱਥੇ ਤੇ ਇਹ ਕਰ ਕਰੇ ਸੋ ਇਹ ਕਰ ਪਾ, ਇੱਥੇ ਤੇ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਇਸ ਕਰਕੇ ਆਪਣੇ ਕਰਮ ਹੀ ਅਸੀਂ ਖਾਣੇ ਨੇ, ਔਰ ਸਾਡੇ ਨਾਂ ਤੇ ਜੇ ਕੋਈ ਕਰੇਗਾ ਤੇ ਉਹ ਸਾਨੂੰ ਮਿਲਣਗੇ, ਤੇ ਇਹ ਵੀ ਸਾਨੂੰ ਮੁਗਾਲਤਾ ਮਨ ਚੋਂ ਕੱਢ ਦੇਣਾ ਚਾਹੀਦਾ। ਵੀਰ ਪ੍ਰਭ ਕੀਰਤਨ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਪਰ ਇੱਕ ਸਵਾਲ ਹੋਰ ਆਪ ਜੀ ਨੂੰ ਮੈਂ ਕਰਨ ਲੱਗਾ, ਕਿਰਪਾ ਕਰਕੇ ਉਹ ਵੀ ਕਲੀਅਰ ਕਰ ਦਿਓ। ਉਹ ਹੈ ਬਾਣੀ ਦੀ ਤੁਕ ਹੈ, ਮਨ ਕੇ ਅੰਧੇ ਆਪ ਨਾ ਬੂਝੋ ਕਾਹੇ ਬੁਝਾਵੋ ਭਾਈ,
ਮਾਇਆ ਕਾਰਨ ਵਿਦਿਆ ਵੇਚੋ ਜਨਮ ਅਬਿਰਥਾ ਜਾਈ। ਤੋ ਇਹ ਜਿਹੜਾ ਸਵਾਲ ਹੈ ਇਹਦੇ ਵਿੱਚ ਇਹ ਅਵਤਾਰ ਸਿੰਘ ਦਾ ਸਵਾਲ ਹੈ। ਇਹ ਜਿਹੜਾ ਕਹਿੰਦੇ ਨੇ ਕਿ ਲਫ਼ਜ਼ ਜਿਹੜਾ ਐੜਾ ਅਗੇਤਰ ਲੱਗੀ ਬਿਰਥਾ ਨੂੰ, ਕਿਉਂਕਿ ਆਮ ਤੌਰ ਤੇ ਅਗੇਤਰ ਲੱਗਣ ਦੇ ਨਾਲ ਜਿਹੜੇ ਅਰਥ ਨੇ ਉਲਟ ਜਾਂਦੇ ਨੇ। ਤੇ ਇਹ ਤੁਸੀਂ ਦੱਸੋ ਵੀ ਇਹਦੇ ਨਾਲ ਅਗਰ ਅਰਥ ਬਦਲ ਜਾਂਦੇ ਨੇ ਤੇ ਫਿਰ ਇਹਦਾ ਮਤਲਬ ਜਨਮ ਅਬਿਰਥ ਚਲਾ ਗਿਆ। ਤੇ ਇਹਦੇ ਕੀ ਭਾਵ ਹੈ ਜਾਂ ਇਹਦੇ ਸਹੀ ਉਹ ਅਰਥ ਕੀ ਹੋ ਸਕਦਾ? ਵੀ ਅਰਥਾਂ 'ਚ ਕੋਈ ਗਲਤੀ ਸਾਨੂੰ ਲੱਗਦੀ ਹੋਵੇ ਜਾਂ ਸਵਾਲ ਕਰਤਾ ਨੂੰ ਕੋਈ ਹੋਰ ਗੱਲ ਪੁੱਛਣੀ ਹੋਵੇ ਤਾਂ ਆਪ ਕਿਰਪਾ ਕਰਕੇ ਕਲੀਅਰ ਕਰ। ਇਹ ਐਮਪੀ ਵੀਰ ਜੀ ਨੇ ਕਰਨਾ ਜੀ। ਮੈਨੂੰ ਤੁਸੀਂ ਸਵਾਲ ਦਿੱਤਾ ਸੀ ਉਹ ਪਿਤਰੀ ਵਾਲਾ ਜੀ, ਪਿਤਰੀ ਹੋਏ ਉਧਾਰੋ। ਇਹ ਐਮਪੀ ਵੀਰ ਜੀ ਨੇ ਕਰਨਾ ਜੀ ਇਹ ਸਵਾਲ। ਅੱਛਾ, ਹਾਂਜੀ ਚਲੋ ਐਮਪੀ ਸਿੰਘ ਜੀ ਤੁਸੀਂ ਕਰੋ। ਕੋਈ ਨਹੀਂ ਪ੍ਰਭੂ ਕੀਰਤਨ ਸਿੰਘ ਤੁਹਾਡੇ ਨਾਲ ਦੁਬਾਰਾ ਆ ਜਾਣਗੇ। ਕੋਈ ਗੱਲ ਨਹੀਂ ਜੀ, ਕੋਈ ਨਹੀਂ। ਹਾਂਜੀ, ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੋ ਜਿਸ ਸ਼ਬਦ ਦੇ ਵਿੱਚੋਂ ਦੀ ਪੰਕਤੀ ਲਾ ਕੇ ਸਵਾਲ ਕੀਤਾ ਗਿਆ ਉਹ ਸ਼ਬਦ ਸਕਰੀਨ ਤੇ ਆਪ ਜੀ ਦੇ ਸਾਹਮਣੇ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਕ 1102 ਤੇ ਇਹ ਸ਼ਬਦ ਹੈ, ਅੰਡਿਆ ਕਵਨ ਕੁਮਤ ਤੁਮ ਲਾਗੇ, ਬੂਢੋਗੇ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਅਭਾਗੇ। ਇਹ ਇਹਦੀਆਂ ਪਹਿਲਾ ਔਰ ਇਹ ਰਾਹੋ ਦਾ ਪਦਾ ਵੀ ਇਹੀ ਹੈ। ਇਹਦੇ ਵਿੱਚ ਹੀ ਅੱਗੇ ਜਾ ਕੇ ਤੀਸਰੇ ਪਦੇ ਦੇ ਵਿੱਚ ਜਿਹੜੀ ਦੂਸਰੀ ਲਾਈਨ ਹੈ, ਮਨ ਕੇ ਅੰਧੇ ਆਪ ਨਾ ਬੁੱਝੋ ਕਾਹੇ ਬੁਝਾਵੋ ਭਾਈ, ਮਾਇਆ ਕਾਰਨ ਵਿਦਿਆ ਵਿੱਚੋ ਜਨਮ ਅਬਿਰਥਾ ਜਾਈ। तो एक गल ते ध्यान देने वाली ये है कि ये लफज अबिरथा गुरु ग्रंथ साहब ਦੇ ਵਿੱਚ ਇਕਲੌਤਾ ਇੱਕੋ ਵਾਰੀ ਹੀ ਇੱਥੇ ਹੀ ਯੂਜ਼ ਹੋਇਆ ਹੈ। ਬਾਕੀ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਲਫ਼ਜ਼ ਅਬਿਰਥਾ ਕਿਤੇ ਨਹੀਂ ਮਿਲਦਾ। ਲਫ਼ਜ਼ ਬਿਰਥਾ ਬਹੁਤ ਵਾਰੀ ਆਇਆ, ਸੈਂਕੜੇ ਵਾਰੀ ਆਇਆ, 100 ਤੋਂ ਵੀ ਜ਼ਿਆਦਾ ਵਾਰੀ ਆਇਆ। ਤੇ ਉਹਦਾ ਇੱਕ ਦੂਸਰਾ ਸਰੂਪ ਜੋ ਹੈ ਜਦੋਂ ਪੈਰੀ ਰਾਰਾ ਹੈਗਾ, ਜਿਹਨੂੰ ਅਸੀਂ ਬ੍ਰਿਥਾ ਕਰਕੇ ਪੜ੍ਹ ਸਕਦੇ ਹਾਂ, ਉਹ ਲਫ਼ਜ਼ ਵੀ ਤਕਰੀਬਨ 90 ਵਾਰੀ 92 ਵਾਰੀ ਉਹ लफ्ज़ भी आया है। तो अबिरथा लफ्ज़ केवल एक बारी आया है। तो ਜਿਹੜਾ लफ्ज़ बिरथा है या बृथा है ਉਹਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦੋ ਅਰਥਾਂ ਦੇ ਵਿੱਚ ਇਸਤੇਮਾਲ ਕੀਤਾ ਗਿਆ ਹੈ। ਇੱਕ ਬਿਰਥਾ ਦਾ ਭਾਵ ਹੈ ਵਿਅਰਥ, ਯੂਜ਼ਲੈਸ, ਜਿਵੇਂ ਮਾਨਸ ਜਨਮ ਬਿਰਥਾ ਗਵਾ ਰਿਹਾ ਹੋ, ਇਸ ਤਰ੍ਹਾਂ ਸੈਂਸ ਦੇ ਵਿੱਚ ਕਈ ਸਾਰੀਆਂ ਪੰਕਤੀਆਂ ਇਹ ਆਉਂਦੀਆਂ ਹਨ। ਮੈਂ एग्जाम्पल वजों एक दो पंक्तियां आप जी के नाल साझियां कर दिंदा हाँ। हाँ जी, तो मेरे सामने आ नहीं रही पंक्ति। हाँ जी, सो जिवें पूरे गुर की सेवना कीनी बिरथा जन्म गवाया, या मनमुख जन्म बिरथा गया, या गुरपुरे की चाकरी बिरथा जाए ना कोई। तो ये बिरथा का जिहड़ा इस्तेमाल है ये इन्हां अर्थां च कीता जांदा है कि जिहड़ा व्यर्थ है या खाली। एक होर अर्थ विच भी बिरथा लफ्ज़ इस्तेमाल हुंदा है, उत्थे उहदा अर्थ हुंदा है पीड़ा, दर्द। तो जिवें एग्जाम्पल है जी की बिरथा होए जी की बिरथा होए तो गुर पे अरदास कर। तो उत्थे जो अर्थ है जी की जिहड़ी तकलीफ है या पीड़ा है ਉਹਦੇ अगर जे दिल विच होए तो वो गुरु के अगे अरदास कर। तो इन्हां दो अर्थां दे विच ये लफ्ज़ बिरथा इस्तेमाल हुंदा है। तो लेकिन ਇਹਦਾ जो रूट है बिरथा लफ्ज़ का वो जदों इस्तेमाल हुंदा है पीड़ा के अर्थां दे अंदर, दर्द के अर्थां दे अंदर, तो ਉਹਦਾ रूट जो है वो संस्कृत के लफ्ज़ व्यथा तो आंदा है, अद्धा व य ते था ते फिर ਉਹਨੂੰ करना व्यथा। व्यथा का अर्थ हुंदा है पीड़ा या दर्द। ते जदों व्यर्थ के अर्थां दे आंदा है तो उदों बिरथा, यानी कि वही बब्बे के थले पैर दे रारा ते था ते फिर करना।
ਉਸ ਤਰੀਕੇ ਨਾਲ ਬ੍ਰਿਥਾ ਤੋਂ ਬਣਿਆ ਹੈ। ਲੇਕਿਨ ਇੱਕ ਪੰਜਾਬੀ ਦੇ ਵਿੱਚ ਇਸਤੇਮਾਲ ਕਰਨ ਦਾ ਨਿਯਮ ਇੱਕ ਇਹ ਹੈ ਕਿ ਜਦੋਂ ਵੀ ਕੋਈ ਲਫ਼ਜ਼ ਜਿਹਦਾ ਆਰੰਭ ਅੱਧੇ ਅੱਖਰ ਤੋਂ ਹੁੰਦਾ ਹੋਵੇ ਤਾਂ ਉਹਦੇ ਤੋਂ ਪੰਜਾਬੀ 'ਚ ਅਸੀਂ ਜਦੋਂ ਉਹਦਾ ਇਸਤੇਮਾਲ ਕਰਦੇ ਹਾਂ ਤਾਂ ਉਹਦੇ ਅੱਗੇ ਅੱਗੇ ਐੜਾ ਲੱਗ ਜਾਂਦਾ ਹੈ। ਜਿਵੇਂ ਲਫ਼ਜ਼ ਹੈ ਸਨਾਨ, ਤਾਂ ਪੰਜਾਬੀ ਦੇ ਵਿੱਚ ਉਹਨੂੰ ਸਨਾਨ ਅਸੀਂ ਨਹੀਂ ਲਿਖਦੇ, ਉਹਨੂੰ ਅਸ਼ਨਾਨ ਲਿਖ ਦਿੰਦੇ ਹਾਂ। ਸਨੇਹ ਜਿਹੜਾ ਹਿੰਦੀ ਦੇ ਵਿੱਚ ਅੱਧੇ ਸੱਸੇ ਨਾਲ ਆਉਂਦਾ ਹੈ, ਸਨੇਹ, ਉਹਨੂੰ ਅਸੀਂ ਲਿਖ ਦਿੰਦੇ ਹਾਂ ਅਸਨੇਹ। ਇਸੇ ਤਰੀਕੇ ਹੀ ਸਥਿਰ, ਅਸਥਿਰ, ਤਨ, ਅਸਥਨ। ਤੋ ਇਹ ਗੁਰਬਾਣੀ ਦੇ ਅੰਦਰ ਇਸ ਤਰੀਕੇ ਨਾਲ ਇਹ ਸਾਰੇ ਲਫ਼ਜ਼ ਇਸਤੇਮਾਲ ਹੋਏ ਹਨ ਕਿ ਜਿਹੜੇ ਵੀ ਜਿਨ੍ਹਾਂ ਦਾ ਬਿਗਨਿੰਗ ਅੱਧੇ ਅੱਖਰ ਤੋਂ ਹੁੰਦੀ ਹੈ ਉਹਨਾਂ ਦੇ ਅੱਗੇ ਪੰਜਾਬੀ ਦੇ ਵਿੱਚ ਐੜਾ ਲੱਗ ਜਾਂਦਾ ਹੈ ਤੇ ਉਦੋਂ ਇਹਦੇ ਭਾਵ ਅਰਥ ਉਲਟੇ ਨਹੀਂ ਹੁੰਦੇ। तो जिमें अस्थान है ਉਹਦਾ ਅਰਥ ਇਹ ਨਹੀਂ ਹੈ ਕਿ ਪੁੱਠਾ ਸਥਾਨ ਜਾਂ ਗਲਤ ਸਥਾਨ। ਅਸਥਾਨ ਦਾ ਮਤਲਬ ਸਥਾਨ ਹੈ। ਇਵੇਂ ਹੀ ਸਥਿਰ ਅੱਧੇ ਸੱਸੇ ਨਾਲ ਹੈ ਸਥਿਰ, ਉਹਨੂੰ ਪੰਜਾਬੀ 'ਚ ਗੁਰਬਾਣੀ ਦੇ ਅੰਦਰ ਇਸਤੇਮਾਲ ਕੀਤਾ ਹੈ ਅਸਥਿਰ। ਅਸਥਿਰ ਦਾ ਮਤਲਬ ਇਹ ਨਹੀਂ ਹੈ ਕਿ ਹਿੱਲਣ ਜੁਲਣ ਵਾਲਾ, ਅਸਥਿਰ ਦਾ ਮਤਲਬ ਹੈ ਟਿਕਿਆ ਹੋਇਆ। ਜਿਵੇਂ ਸਥਿਰ ਦਾ ਜੋ ਮੀਨਿੰਗ ਹੈ ਅਸਥਿਰ ਲਫ਼ਜ਼ ਦਾ ਸੇਮ ਹੀ ਮੀਨਿੰਗ ਹੈ, ਉਲਟਾ ਅਰਥ ਨਹੀਂ ਹੈ। तो ਜਿਹੜੇ ਅੱਧੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਵਰਡਸ ਨੇ ਉਹ ਗੁਰਬਾਣੀ ਦੇ ਅੰਦਰ ਐੜਾ ਲੱਗ ਕੇ ਇਸਤੇਮਾਲ ਹੁੰਦੇ ਨੇ ਤੇ ਅਰਥ ਉਲਟਾ ਨਹੀਂ ਹੁੰਦਾ। ਉਸੇ ਹੀ ਨਿਯਮ ਦੇ ਅਨੁਸਾਰ ਇਹ ਜੋ ਬ੍ਰਿਥਾ ਜੋ ਲਫ਼ਜ਼ ਹੈ ਜਿੱਥੋਂ ਰੂਪ ਤੋਂ ਆਇਆ ਹੈ ਉਹ ਅੱਧੇ ਅੱਖਰ ਤੇ ਵ੍ਰਿਥਾ ਤੋਂ ਬਣਿਆ ਹੈ ਜਿਹਦੇ 'ਚ ਅੱਧਾ ਵ ਸ਼ੁਰੂ ਹੁੰਦਾ ਹੈ। ਜਦੋਂ ਇਹ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਲਿਖਿਆ ਜਾਂਦਾ ਹੈ ਤਾਂ ਅੱਧੇ ਅੱਖਰ ਤੋਂ ਸ਼ੁਰੂ ਹੋਣ ਕਰਕੇ ਸ਼ਾਇਦ ਇਹਦੇ ਅੱਗੇ ਵੀ ਇਹ ਐੜੇ ਵਾਲਾ ਨਿਯਮ ਲੱਗ ਗਿਆ ਹੈ। ਪਰ ਇੱਕ ਇਹਦੇ 'ਚ ਐਕਸੈਪਸ਼ਨ ਸਿਰਫ ਹੈ ਜੋ ਨੋਟ ਕਰਨ ਵਾਲੀ ਹੈ ਕਿ ਵੀ ਇਹ ਅਬਿਰਤਾ ਲਫ਼ਜ਼ ਇਸ ਰੂਪ ਦੇ ਅੰਦਰ ਕੇਵਲ ਤੇ ਕੇਵਲ ਇੱਕੋ ਵਾਰੀ ਇਸਤੇਮਾਲ ਕੀਤਾ ਗਿਆ ਹੈ। ਬਾਕੀ ਸਾਰੀ ਜਗ੍ਹਾ ਦੇ ਉੱਤੇ ਲਫ਼ਜ਼ ਬਿਰਥਾ ਹੀ ਇਸਤੇਮਾਲ ਕੀਤਾ ਗਿਆ ਹੈ। ਪਰ ਵਿਦ ਰੈਫਰੈਂਸ ਟੂ ਦੀ ਕੰਟੈਕਸਟ ਜੋ ਇਸ ਸ਼ਬਦ ਦਾ ਭਾਵ ਹੈ, ਜੋ ਰਾਓ ਦੀ ਪੰਕਤੀ ਦਾ ਮੈਸੇਜ ਹੈ, ਉਹਦੇ ਮੁਤਾਬਕ ਇਸ ਪੰਕਤੀ ਦੇ ਅਰਥ ਮਾਇਆ ਕਾਰਨ ਵਿਦਿਆ ਵਿੱਚੋਂ ਜਨਮ ਅਬਿਰਥਾ ਜਾਈ ਤੋਂ ਭਾਵ ਇਹੀ ਹੈ ਕਿ ਜੇ ਤੁਸੀਂ ਮਾਇਆ ਦੇ ਕਰਕੇ ਹੀ ਆਪਣੀ ਜੋ ਵਿਦਿਆ ਹਾਸਲ ਕੀਤੀ ਹੋਈ ਹੈ ਉਹਨੂੰ ਸਿਰਫ ਇੱਕ ਵਪਾਰ ਦੇ ਤੌਰ ਦੇ ਉੱਤੇ ਇਸਤੇਮਾਲ ਕਰਦੇ ਹੋ ਤੇ ਤੁਸੀਂ ਆਪਣਾ ਜਨਮ ਵਿਅਰਥ ਹੀ ਗਵਾ ਰਹੇ ਹੋ। ਤਾਂ ਲਫ਼ਜ਼ ਅਬਿਰਥਾ ਵਿਅਰਥ ਦੇ ਅਰਥਾਂ ਵਿੱਚ ਹੀ ਆਇਆ ਹੈ, ਇਸ ਦਾ ਹੋਰ ਕੋਈ ਅਰਥ ਨਹੀਂ ਨਿਕਲਦਾ। तो इतनी बेनती प्रवान करना जी। वाहिगुरू जी का तो खालसा ਵਾਹਿਗੁਰੂ ਜੀ ਕੀ ਫਤਿਹ। ਬਹੁਤ ਦਰੁਸਤ ਫਰਮਾਇਆ MP ਸਿੰਘ ਜੀ ਆਪ ਜੀ ਨੇ ਕਿ ਜਿਹੜੇ ਦੂਜੀਆਂ ਬੋਲੀਆਂ ਦੇ ਅੱਖਰ ਸਾਡੇ 'ਚ ਆਏ ਨੇ ਔਰ ਜਿਹੜੇ ਉਹ ਆਪਣੀ ਬੋਲੀ ਦੇ ਵਿੱਚ ਅੱਧੇ ਅੱਖਰ ਨਾਲ ਸ਼ੁਰੂ ਹੁੰਦੇ ਨੇ ਤੇ ਉਹ ਜਿਸ ਵੇਲੇ ਇੱਧਰ ਪੰਜਾਬੀ 'ਚ ਆਉਂਦੇ ਨੇ ਤੇ ਐੜਾ ਲੱਗ ਜਾਂਦਾ। ਤੋ ਇਹ ਆਪ ਜੀ ਨੇ ਜਿਹੜੀ ਵਿੱਚ ਕਨਫਿਊਜ਼ਨ ਸੀਗਾ ਇਹ ਦੂਰ ਕਰਤਾ। ਬਹੁਤ ਬਹੁਤ ਧੰਨਵਾਦ। ਔਰ ਮੈਂ ਆਸ ਕਰਦਾ ਵੀ ਇਹ ਜਿਹਨਾਂ ਦਾ ਸਵਾਲ ਹੈ ਉਹਨਾਂ ਨੂੰ ਵੀ ਇਹਦੀ ਉੱਤਰ ਜਿਹੜਾ ਮਿਲ ਗਿਆ ਹੋਏਗਾ। ਫਿਰ ਵੀ ਸਟਿਲ ਕੋਈ ਇਹਦੇ 'ਚ ਰਹਿ ਗਈ तो कृपा करके दोबारा सानू लिख सकते। धन्यवाद वीर MP सिंह जी। तो साध संगत जी अगला जिहड़ा सवाल है वो है साध चरण सिंह जी, चरणजीत सिंह जी ओशवा कैनेडा तो सवाल करते हैं। वो कहते हाहा ररे नूं सियारी ये लफ्ज गुरु ग्रंथ साहब बड़ी बारी आया। ਤੁਸੀਂ ਉਹ ਤੇ ਪਿਤਰੀ ਉਹ ਵਾਲਾ ਪੁੱਛਦੇ ਪਹਿਲਾਂ ਨੇ ਕਰਨਾ ਕਿ- ਜੀ ਸਵਾਲ। ਹਾਂਜੀ ਪਿਤਰੀ ਹੋਏ ਉਦਾਹਰਣ ਵਾਲਾ। हाँ कर पहले वो कर लिया। ਉਹ ਪ੍ਰਭ ਕੀਰਤਨ ਸਿੰਘ ਜੀ ਨੇ ਕਿਹਾ ਸੀ ਨਾਲ ਹੀ ਕਰਨਾ। अच्छा चलो हाँ जी प्रभ कीर्तन सिंह जी अगला सवाल जिहड़ा हैगा ਇਹ ਡਾਕਟਰ ਸੁਰਿੰਦਰ ਸਿੰਘ ਜੀ USA ਤੋਂ ਉਹ ਪੁੱਛਦੇ ਨੇ ਪਿਤਰੀ ਹੋਏ ਉਧਾਰੋ। ਇਹ ਪਿਛਲੇ ਹਫਤੇ ਅਸੀਂ ਜਿਹੜਾ ਸਵਾਲ ਕੀਤਾ ਸੀ ਇਹ ਵੀ ਉਹਨਾਂ ਦਾ ਹੀ ਸਵਾਲ ਸੀਗਾ ਤੇ ਉਹ ਸੀਗਾ ਕਿ ਪੂਤਾ ਮਾਤਾ ਕੀ ਆਸੀਸ ਲਫ਼ਜ਼ ਜਿਹੜਾ ਹੈ ਇਹ ਖਮਕਨ ਸ਼ਬਦ ਜਿਹੜਾ ਹੈ ਇਹ ਬਹੁਤ ਵਾਰੀ ਪੜ੍ਹਿਆ ਜਾਂਦਾ ਤੇ ਇਹਦਾ ਕੀ ਭਾਵ ਹੈ। ਤਾਂ ਭਾਵ ਸਾਨੂੰ ਸਮਝਾਇਆ ਗਿਆ ਸੀ ਔਰ ਉਸ ਤੋਂ ਬਾਅਦ ਉਹਨਾਂ ਨੇ ਹੀ ਸਵਾਲ ਪਾਇਆ ਕਿ ਪਿਤਰੀ ਹੋਏ ਉਧਾਰੋ ਜਿਹੜਾ ਇਹ ਖੋਲ ਕੇ ਦੱਸੋ ਵੀ ਪਿਤਰਾਂ ਦਾ ਉਧਾਰ ਕਿਵੇਂ ਹੁੰਦਾ ਤੇ ਇਹ ਕਰਨਗੇ ਸਾਹਿਬ ਪ੍ਰਭ ਕੀਰਤਨ ਸਿੰਘ। ਹਾਂਜੀ ਵੀਰ ਜੀਓ, ਇਹ ਪਿਤਰ ਜਿਹੜਾ ਲਫ਼ਜ਼ ਪਿਤਰੀ ਆਇਆ ਹੈ ਇਹ ਸੰਸਕ੍ਰਿਤ ਦੇ ਪਿਤਰ ਤੋਂ ਆਇਆ ਹੈ ਜਿਹੜਾ ਆਪ ਜੀ ਦੇ ਸਾਹਮਣੇ ਵੀਰ ਜੀ ਨੇ ਡਿਸਪਲੇ ਕੀਤਾ ਹੈ ਡਿਕਸ਼ਨਰੀ ਦੇ ਵਿੱਚੋਂ। ਆਨਲਾਈਨ ਡਿਕਸ਼ਨਰੀ ਇੱਕ ਵਿੱਚ ਹੈ ਉਹਦੇ ਵਿੱਚ ਦਿੱਤਾ ਹੈ ਕਿ ਇਹਦੇ ਵੀ ਜੋ ਅਰਥ ਸੰਸਕ੍ਰਿਤ ਦੇ ਵਿੱਚ ਹਨ ਉਹ ਹਨ ਮਾਤਾ ਪਿਤਾ ਜਾਂ ਪੇਰੈਂਟਸ ਜਾਂ ਪਿਤਾ ਤੇ ਪਿਤਾ ਦੇ ਨਾਲ ਉਹਦੇ ਭਰਾ ਜਾਂ ਪਿਤਾ ਵੱਲੋਂ ਜਿਹੜੇ ਸਾਡੇ ਰਿਸ਼ਤੇਦਾਰ ਨੇ। ਤੇ ਇੱਕ ਲਫ਼ਜ਼ ਇੱਥੇ ਮੇਨਸ ਵਰਤਿਆ ਗਿਆ ਹੈ ਡਿਕਸ਼ਨਰੀ ਦੇ ਵਿੱਚ ਜੋ ਆਪਦੇ ਸਾਹਮਣੇ ਡਿਸਪਲੇ ਹੈ। ਮੇਨਸ ਦਾ ਅਰਥ ਹੁੰਦਾ ਹੈ ਕਿ ਉਹ ਆਤਮਾਵਾਂ ਮਰ ਚੁੱਕੇ ਮਨੁੱਖਾਂ ਦੀਆਂ ਆਤਮਾਵਾਂ
ਜਿਨ੍ਹਾਂ ਨੂੰ ਅਸੀਂ ਪਵਿੱਤਰ ਮੰਨਦੇ ਹਾਂ ਤੇ ਦੇਵਤਿਆਂ ਦਾ ਦਰਜਾ ਦੇ ਦਿੰਦੇ ਹਾਂ। ਤੋ ਇਹ ਜੋ ਪਿਤਰ ਸ਼ਬਦ ਹੈ, ਇਹਦਾ ਅਸਲ ਅਰਥ ਜਿਹੜਾ ਹੈ ਉਹ ਪਿਤਾ ਦਾ ਹੈ, ਤੇ ਪਿਤਾ ਦੇ ਰਿਸ਼ਤੇਦਾਰ ਭਾਵ ਉਹਦੇ ਭਰਾ ਜਿਹੜੇ ਨੇ ਉਹ ਵੀ ਸਾਡੇ ਵਾਸਤੇ ਪਿਤਾ ਦਾ ਹੀ ਦਰਜਾ ਰੱਖਦੇ ਨੇ, ਤੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕੀਤਾ ਗਿਆ, ਭਾਵ ਚਾਚੇ ਤਾਏ। ਤੇ ਪਿਤਾ ਵੱਲੋਂ ਹੋਰ ਜਿਹੜੇ ਰਿਸ਼ਤੇਦਾਰ ਹਨ, ਜਿਵੇਂ ਪਿਤਾ ਦੀਆਂ ਭੈਣਾਂ, ਉਹਦੇ ਪਤੀ ਜਾਂ ਹੋਰ ਜਿਹੜੇ ਬਜ਼ੁਰਗ ਹਨ, ਉਹ ਸਾਰੇ ਇਹਦੇ ਵਿੱਚ ਸਮੇਟ ਲਏ ਗਏ ਹਨ। ਤੇ ਨਾਲ ਇੱਕ ਦਾ ਅਰਥ ਜਿਹੜਾ ਮੇਨਸ ਦਿੱਤਾ ਗਿਆ ਹੈ, ਉਹ ਸਾਡੇ ਦਿਮਾਗ ਦੇ ਵਿੱਚ ਜ਼ਿਆਦਾ ਬੈਠ ਜਾਂਦਾ ਹੈ, ਸ਼ਾਇਦ ਇਸ ਕਰਕੇ ਕਿ ਜਦੋਂ ਅਸੀਂ ਬਚਪਨ ਤੋਂ ਹੁਣ ਤੱਕ ਹਰਿਦੁਆਰ ਵਾਲੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਪੜ੍ਹਦੇ ਆਏ ਹਾਂ, ਤਾਂ ਉਹਦੇ ਵਿੱਚ ਅਸੀਂ ਬਾਰ-ਬਾਰ ਸੁਣਦੇ ਹਾਂ ਕਿ ਉਹ ਜਿਹੜੇ ਲੋਕ ਸਨ ਉਹ ਪਿਤਰ ਲੋਕ ਵੱਲ ਪਾਣੀ ਦੇ ਰਹੇ ਸਨ, ਤੇ ਗੁਰੂ ਸਾਹਿਬ ਨੇ ਉਲਟੇ ਪਾਸੇ ਮੂੰਹ ਕਰਕੇ ਤੇ ਪੰਜਾਬ ਵੱਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਤਾਂ ਇਹਦੇ ਤੋਂ ਸਾਡੇ ਦਿਮਾਗ ਵਿੱਚ ਇਹ ਗੱਲ ਬੈਠ ਜਾਂਦੀ ਕਿ ਪਿਤਰ ਦਾ ਸ਼ਾਇਦ ਸਿਰਫ ਇੱਕੋ ਇਹੀ ਅਰਥ ਹੈ। ਇਹ ਅਸਲ ਅਰਥ ਇਹਦਾ ਜਿਹੜਾ ਹੈ ਉਹ ਮਾਤਾ ਔਰ ਬਜ਼ੁਰਗ, ਜਿਹੜੇ ਮਾਤਾ ਪਿਤਾ ਔਰ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਤੋਂ ਹੈ। ਤੋ ਜੇ ਅਸੀਂ ਇਹ ਅਰਥ ਲਈਏ ਤਾਂ ਫਿਰ ਇਸ ਪੰਕਤੀ ਦਾ ਅਰਥ ਇਸ ਤਰ੍ਹਾਂ ਬਣਦਾ ਹੈ ਕਿ ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਨੀ ਹੋਏ ਉਧਾਰੋ। ਤਾਂ ਇਹਦਾ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜੋ ਕੀਤਾ, ਮੈਂ ਉਹ ਪੜ੍ਹ ਰਿਹਾ ਕਿ ਹੇ ਪੁੱਤਰ, ਜਿਸ ਪਰਮਾਤਮਾ ਦਾ ਨਾਮ ਸਿਮਰਦੇ ਹਾਂ ਸਾਰੇ ਪਾਪ ਦੂਰ ਹੋ ਜਾਂਦੇ ਹਨ। ਸਿਮਰਨ ਕਰਨ ਵਾਲੇ ਦੇ ਪਿਤਰਾਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ। ਤੋ ਇਹਦਾ ਅਰਥ ਹੈ ਕਿ ਸਾਡੇ ਨਾਲ ਜਿਹੜੇ ਪਰਿਵਾਰ ਦੇ ਵਿੱਚ ਵਸ ਰਹੇ ਹਨ, ਜਿਹੜੇ ਸਾਡੇ ਬਜ਼ੁਰਗ ਹਨ, ਮਾਤਾ ਪਿਤਾ ਤੇ ਹੋਰ ਜਿਹੜੇ ਬਜ਼ੁਰਗ ਹਨ, ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਔਰ ਉਹਦਾ ਕਾਰਨ ਬੜਾ ਸਿੱਧਾ ਜਿਹਾ ਹੈ ਕਿ ਉਹਨਾਂ ਨੂੰ ਹੁਣ ਘਰ ਦੇ ਵਿੱਚ ਅਗਰ ਕੋਈ ਇੱਕ ਵਿਅਕਤੀ ਨਾਮ ਨਾਲ ਜੁੜ ਜਾਂਦਾ ਹੈ ਤਾਂ ਘਰ ਦੇ ਵਿੱਚ ਫਿਰ ਸਤ ਸੰਗਤ ਬਣ ਜਾਂਦੀ ਹੈ, ਤੇ ਸਤ ਸੰਗਤ ਦਾ ਅਸਰ ਹੋਣ ਕਰਕੇ ਸਾਰਿਆਂ ਦੇ ਜੀਵਨ ਵਿੱਚ ਬਦਲਾਅ ਆਉਂਦਾ ਹੈ। ਇਹ ਅਸੀਂ ਆਮ ਦੇਖਦੇ ਹਾਂ ਕਿ ਘਰ ਦੇ ਵਿੱਚ ਜਦੋਂ ਬਦਲਾਅ ਆਉਂਦਾ ਹੈ ਤੇ ਉਹ ਸ਼ੁਰੂ ਤੋਂ ਘਰ ਦੇ ਕਿਸੇ ਇੱਕ ਵਿਅਕਤੀ ਤੋਂ ਹੁੰਦਾ ਹੈ। ਕਈ ਵਾਰ ਬਜ਼ੁਰਗ ਦੇ ਜੀਵਨ ਵਿੱਚ ਬਦਲਾਅ ਆ ਜਾਂਦਾ ਹੈ ਤੇ ਉਹਦੇ ਨਾਲ ਉਹਦੀ ਪਤਨੀ, ਉਹਦੇ ਬੱਚੇ ਤੇ ਭੈਣਾਂ ਭਰਾ ਸਾਰਿਆਂ ਦੇ ਉੱਤੇ ਇਹਦਾ ਅਸਰ ਪੈ ਜਾਂਦਾ ਹੈ ਤੇ ਸਾਰੇ ਚੰਗੇ ਪਾਸੇ ਲੱਗ ਜਾਂਦੇ ਹਨ। ਪਰ ਇਹ ਵੀ ਚੀਜ਼ ਅਕਸਰ ਅਸੀਂ ਦੇਖਣ ਦੇ ਵਿੱਚ ਆਉਂਦੀ ਹੈ, ਖਾਸ ਕਰਕੇ ਸਾਨੂੰ ਸਿੱਖ ਮਿਸ਼ਨਰੀ ਕਾਲਜ ਦੇ ਵਿੱਚ ਬੱਚਿਆਂ ਦੀਆਂ ਕਲਾਸਾਂ ਲਗਾਉਂਦੇ ਹੋਏ ਇਹ ਤਜਰਬੇ ਬੜੀ ਵਾਰੀ ਹੁੰਦੇ ਹਨ ਕਿ ਜਦੋਂ ਬੱਚੇ ਇੱਥੇ ਆਉਂਦੇ ਹਨ, ਗੁਰਮਤਿ ਦੇ ਸਿਧਾਂਤ ਪੜ੍ਹਦੇ ਹਨ ਤੇ ਉਹ ਗੁਰਸਿੱਖੀ ਜੀਵਨ ਵੱਲ ਆਉਂਦੇ ਹਨ, ਤੇ ਉਹਨਾਂ ਨੂੰ ਦੇਖ ਕੇ ਵੀ ਬਹੁਤ ਸਾਰੇ ਮਾਂ-ਬਾਪ ਜਿਹੜੇ ਨੇ ਉਹਨਾਂ ਦੇ ਜੀਵਨ ਵਿੱਚ ਵੀ ਪਲਟਾ ਆ ਜਾਂਦਾ ਹੈ। ਕੋਈ ਸ਼ਰਾਬ ਪੀਣੀ ਛੱਡ ਦਿੰਦਾ ਹੈ, ਜਿਹਨੇ ਕੇਸ ਕਟਾਏ ਹੁੰਦੇ ਨੇ ਕੇਸ ਰੱਖ ਲੈਂਦਾ ਹੈ, ਗੁਰਦੁਆਰੇ ਜਾਣਾ ਸ਼ੁਰੂ ਕਰ ਦਿੰਦੇ ਨੇ, ਪਾਠ ਸ਼ੁਰੂ ਕਰ ਦਿੰਦੇ ਨੇ। ਤੋ ਇਹ ਚੀਜ਼ਾਂ ਸਾਨੂੰ ਅਕਸਰ ਆਉਂਦੀਆਂ ਨੇ ਇੱਥੇ ਚੰਡੀਗੜ੍ਹ ਦੇ ਵਿੱਚ, ਜਿੱਥੇ ਅਸੀਂ ਕਲਾਸਾਂ ਲੈਂਦੇ ਰਹੇ ਹਾਂ, ਉਹਨਾਂ ਦੇ ਵਿੱਚ ਇਹੋ ਜਿਹੇ ਤਜਰਬੇ ਬਹੁਤ ਹੋਏ ਨੇ। ਤੋ ਉਹ ਜਿਹੜੀ ਬਿਲਕੁਲ ਆਪਾਂ ਇਹੋ ਸਮਝ ਲੱਗਦੇ ਹਾਂ ਕਿ ਜਿਹੜੀ ਗੁਰੂ ਸਾਹਿਬ ਨੇ ਇਸ ਪੰਕਤੀ ਦੇ ਵਿੱਚ ਗੱਲ ਫਰਮਾਈ ਹੈ ਨਾ ਜੀ, ਉਹ ਜਦੋਂ ਕੋਈ ਘਰ ਦਾ ਛੋਟਾ ਬੱਚਾ ਵੀ ਜਿਹੜਾ ਹੈ ਉਹ ਗੁਰਮਤਿ ਦੇ ਰਾਹ ਉੱਤੇ ਜਾਂ ਪਰਮਾਰਥ ਦੇ ਰਾਹ ਉੱਤੇ ਤੁਰ ਪੈਂਦਾ ਹੈ ਤੇ ਉਹਦਾ ਅਸਰ ਉਹਦੇ ਵੱਡਿਆਂ ਤੇ ਵੀ ਹੁੰਦਾ ਹੈ। ਤੇ ਜੇ ਗੁਰੂ ਦੀ ਕਿਰਪਾ ਹੋ ਜਾਏ ਤੇ ਘਰ ਦਾ ਸਾਰਾ ਮਾਹੌਲ ਹੀ ਬਦਲ ਜਾਂਦਾ ਹੈ। ਤੋ ਇਹਦਾ ਅਰਥ ਉਹੀ ਹੈ ਕਿ ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਨੀ ਹੋਏ ਉਧਾਰੋ। ਵੈਸੇ ਵੀ ਜਿਹੜੇ ਮਰ ਚੁੱਕੇ ਵਿਅਕਤੀਆਂ ਦੀਆਂ ਆਤਮਾਵਾਂ ਦੇ ਬਾਰੇ ਇਹ ਜੋ ਅਸੀਂ ਗੱਲ ਕਹਿ ਰਹੇ ਹਾਂ ਕਿ ਸ਼ਾਇਦ ਜੇ ਪਿਤਨੀ ਹੋਏ ਉਦਾਹਰਣ ਨੂੰ ਅਸੀਂ ਮਰ ਚੁੱਕੇ ਵਿਅਕਤੀਆਂ ਦੀਆਂ ਆਤਮਾਵਾਂ ਮੰਨ ਲਈਏ ਤਾਂ ਸਾਨੂੰ ਨਾਲ ਇਹ ਵੀ ਮੰਨਣਾ ਪਏਗਾ ਕਿ ਉਹ ਜਿਹੜੇ ਮਰ ਚੁੱਕੇ ਨੇ ਅੱਜ ਤੋਂ ਸਾਲ 2 ਸਾਲ 5 ਸਾਲ 50 ਸਾਲ ਪਹਿਲੇ, ਉਹਨਾਂ ਦਾ ਫਿਰ ਹਾਲੇ ਉਧਾਰ ਨਹੀਂ ਹੋਇਆ ਤੇ ਉਹ ਭਟਕਦੇ ਫਿਰ ਰਹੇ ਨੇ, ਪਤਾ ਨਹੀਂ ਭੂਤ ਪ੍ਰੇਤ ਕੀ ਬਣੇ ਫਿਰ ਰਹੇ ਨੇ। ਫਿਰ ਸਾਨੂੰ ਇਹ ਮੰਨਣਾ ਪਏਗਾ, ਜਦ ਕਿ ਗੁਰਮਤਿ ਦੇ ਵਿੱਚ ਜੇ ਅਸੀਂ ਸਿਧਾਂਤ ਮੰਨੀਏ ਜਿਵੇਂ ਆਪਾਂ ਡਿਸਕਸ ਕੀਤਾ ਹੈ ਕਿ ਜਿਹੜੀਆਂ ਮਰ ਚੁੱਕੇ ਜਿਹੜੇ ਵਿਅਕਤੀ ਨੇ ਉਹਨਾਂ ਦਾ ਜੋ ਉਧਾਰ ਹੋਣਾ ਹੈ ਕੀਤੇ ਕਰਮਾਂ ਅਨੁਸਾਰ ਨਿਬੇੜਾ ਪ੍ਰਵਾਨ ਕੀਤਾ ਗਿਆ ਕਿ ਅਕਾਲ ਪੁਰਖ ਦੀ ਹਜ਼ੂਰੀ ਦੇ ਵਿੱਚ ਉਹਦਾ ਨਿਬੇੜਾ ਹੋ ਜਾਣਾ ਹੈ। ਜੋ ਅਕਾਲ ਪੁਰਖ ਦੇ ਹੁਕਮ ਦੇ ਅਨੁਸਾਰ ਪ੍ਰਵਾਨ ਹੋ ਜਾਂਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ, ਤੇ ਜੋ ਪ੍ਰਵਾਨ ਨਹੀਂ ਹੁੰਦੇ, ਮੰਨ ਲਓ ਜੇ ਉਹ ਪ੍ਰਵਾਨ ਨਹੀਂ ਹੁੰਦੇ, ਉਹਨਾਂ ਦੇ ਕਰਮ ਐਸੇ ਨਹੀਂ ਹਨ, ਤਾਂ ਉਹ ਕੀ ਉਹਨਾਂ ਦਾ ਕੀ ਫੇਟ ਹੈ, ਉਹ ਸਤਿਗੁਰੂ ਜੀ ਕਹਿੰਦੇ ਹਨ ਕਿ ਉਹ ਮੁੜ ਕੇ ਜਨਮ ਮਰਨ ਦੇ ਗੇੜ ਵਿੱਚ ਆਉਂਦੇ ਹਨ। ਤਾਂ ਉਹ ਆਤਮਾਵਾਂ ਦੇ ਭਟਕਣ ਦਾ ਜਾਂ ਉਹ ਆਤਮਾਵਾਂ ਦੇ ਉਧਾਰ ਦਾ, ਹੁਣ ਜੇ ਉਹ ਜਨਮ ਦੇ ਵਿੱਚ ਆ ਚੁੱਕੇ ਹਨ ਤਾਂ ਉਹਨਾਂ ਦਾ ਉਧਾਰ ਤੇ ਅਗਲੇ ਜਨਮ ਦੇ ਕਰਮਾਂ ਦੇ ਮੁਤਾਬਕ ਕਰਨਾ ਹੋ ਗਿਆ ਨੀਅਤ, ਤੇ ਜਿਨ੍ਹਾਂ ਦਾ ਉਧਾਰ ਹੋ ਗਿਆ ਉਹਨਾਂ ਦਾ ਉਧਾਰ ਕਰਨ ਲਈ ਤਾਂ ਫਿਰ ਵੈਸੇ ਹੀ ਗੱਲ ਜਿਹੜੀ ਹੈ ਇਹਦੀ ਕੋਈ ਲੋੜ ਹੀ ਨਹੀਂ ਰਹਿ ਜਾਂਦੀ। ਸੋ ਇਹ ਸਾਰੇ ਸਿਧਾਂਤਾਂ ਨੂੰ ਸਾਹਮਣੇ ਰੱਖ ਕੇ ਜਦੋਂ ਅਸੀਂ ਪਿਤਰਾਂ ਦਾ ਅਰਥ ਕਰਦੇ ਹਾਂ ਤਾਂ ਪਿਤਰਾਂ ਦਾ ਅਰਥ ਜਿਹੜੇ ਘਰ ਵਿੱਚ ਸਾਡੇ ਨਾਲ ਇਸ ਜਗਤ ਦੇ ਵਿੱਚ ਵਸ ਰਹੇ ਵੱਡੇ ਵਡੇਰੇ ਹਨ,
ਇੱਥੇ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਮਤਲਬ ਉਹਨਾਂ ਤੋਂ ਸਾਨੂੰ ਲੈਣਾ ਪਏਗਾ। ਇੱਕ ਹੋਰ ਪੰਕਤੀ ਵੈਸੇ ਕਿਸੇ ਹੋਰ ਕੰਟੈਕਸਟ ਦੇ ਵਿੱਚ ਉਚਾਰੀ ਗਈ ਹੈ। ਸਤਿਗੁਰੂ ਜੀ ਇੱਕ ਥਾਂ ਤੇ ਫਰਮਾਉਂਦੇ ਹਨ ਕਿ ਜੀਵਤ ਪਿਤਲ ਨਾ ਮਾਨੈ ਕਉ ਮੋਏ ਸਰਾਧ ਕਰਾਏ। ਤਾਂ ਉੱਥੇ ਪਿਤਲ ਲਫ਼ਜ਼ ਐਗਜ਼ੈਕਟਲੀ ਇਸੇ ਅਰਥ ਦੇ ਵਿੱਚ ਹੀ ਵਰਤਿਆ ਗਿਆ ਹੈ ਕਿ ਜਦੋਂ ਮਾਤਾ ਪਿਤਾ ਜੀਵਤ ਹੁੰਦੇ ਹਨ ਤੇ ਉਹਨਾਂ ਨੂੰ ਨਾ ਕੋਈ ਮੰਨਦਾ ਹੈ, ਉਹਨਾਂ ਦੇ ਕੋਲ ਜਾ ਕੇ ਬਹਿਣਾ, ਉਹਨਾਂ ਦਾ ਸਤਿਕਾਰ ਕਰਨਾ, ਉਹਨਾਂ ਦੀ ਸੇਵਾ ਕਰਨੀ, ਇਹ ਤਾਂ ਕੋਈ ਕਰਦਾ ਨਹੀਂ। ਤੇ ਜਦੋਂ ਉਹੀ ਪਿਤਰ ਜਿਹਦਾ ਚਲਾਣਾ ਕਰ ਜਾਂਦਾ ਹੈ ਤਾਂ ਫਿਰ ਸ਼ਰਾਧ ਕਰਨ ਨੂੰ ਸਾਰੇ ਤੁਰ ਪੈਂਦੇ ਹਨ। ਤਾਂ ਇਹ ਜੋ ਪਿਤਰ ਦੀ ਐਕਸਪਲੇਨੇਸ਼ਨ ਹੈ ਉਹ ਸਾਨੂੰ ਇਸੇ ਅਰਥਾਂ ਵਿੱਚ ਲੈਣੀ ਪਏਗੀ ਕਿ ਜਿਹੜੇ ਪਰਿਵਾਰ ਦੇ ਵੱਡੇ ਵਡੇਰੇ ਵੀ ਹਨ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਜੀ। ਤੇ ਮੈਂ ਗੁਸਤਾਖੀ ਕਰ ਰਿਹਾ, ਜਿਹੜਾ ਪਿਛਲਾ ਕੁਐਸਚਨ ਸੀ ਉਹਦੇ ਚ ਨਾਲ ਚੈਟ ਵਿੱਚ 2 ਛੋਟੇ ਕੁਐਸਚਨ ਆਏ ਸਨ। ਇੱਕ ਇਹ ਸੀ ਕਿ ਇਹਾਂ ਉਹਾਂ ਤੇ ਇੱਥੇ ਉੱਥੇ ਦਾ ਕੀ ਅਰਥ ਹੈ। ਉਹ ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਅਸੀਂ ਉਹ ਕਿਸੇ ਲੋਕ ਨੂੰ ਪ੍ਰਵਾਨ ਨਹੀਂ ਕਰਦੇ। ਇਹ ਪਰਲੋਕ ਦੇ ਨਾਲ ਕਨੈਕਟਡ ਸਵਾਲ ਹੈ, ਤਾਂ ਮੈਂ ਵਾਪਸ ਉੱਥੇ ਜਾ ਰਿਹਾ, ਖਿਮਾ ਕਰਨਾ। ਤਾਂ ਉਹ ਇੱਥੇ ਤੇ ਉੱਥੇ ਦਾ ਵੀ ਅਰਥ ਜਿਹੜਾ ਹੈ ਉਹ ਬਿਲਕੁਲ ਉਹੀ ਹੈ ਕਿ ਇਸ ਜਗਤ ਵਿੱਚ ਤੇ ਜਦੋਂ ਉੱਥੇ ਤੁਹਾਡੀ ਆਪਣਾ ਇਨਸਾਨ ਦੀ ਜਦੋਂ ਪਰਖ ਹੋਣੀ ਹੈ, ਕਰਮਾਂ ਦੇ ਮੁਤਾਬਕ ਸਾਡੀ ਜੋ ਹੈ ਉਹ ਨਵੇੜਾ ਹੋਣਾ, ਉਹਦੀ ਗੱਲ ਕਰ ਲਈ। ਉਹ ਉਸ ਪਰਲੋਕ ਉਹ ਉੱਥੇ ਦੀ ਗੱਲ ਹੈ, ਜਾਂ ਉਹਾਂ ਤੋਂ ਭਾਵ ਉਹ ਹੈ। ਤੋ ਆਪਾਂ ਹੁਣੇ ਜਪਜੀ ਸਾਹਿਬ ਦੀ ਵਿਆਖਿਆ ਕਰ ਰਹੇ ਹਾਂ ਤੇ ਉੱਥੇ ਜੋ ਪੰਚਾਂ ਦੀ ਪੌੜੀ ਹੈ ਉਹਦੇ ਚ 2 ਪੰਕਤੀਆਂ ਬਿਲਕੁਲ ਸਾਡੀ ਇਸ ਗੱਲ ਨੂੰ ਸਪਸ਼ਟ ਕਰ ਦਿੰਦੀਆਂ ਹਨ ਕਿ ਪੰਚੇ ਪਾਵੈ ਦਰਗਾਹ ਮਾਨ, ਪੰਚੇ ਸੋਹੈ ਦਰ ਰਾਜਾਨ। ਤਾਂ ਹੁਣ ਇਹਦਾ ਅਰਥ ਇਹ ਹੋ ਗਿਆ ਕਿ ਜਿਹੜੇ ਪੰਚ ਹਨ, ਜਿਹੜੇ ਉਸ ਤੋਂ ਪਹਿਲੀਆਂ ਪੌੜੀਆਂ ਵਿੱਚ ਸਤਿਗੁਰਾਂ ਨੇ ਰਾਹ ਦੱਸਿਆ, ਉਹਦੇ ਤੇ ਚੱਲਣ ਵਾਲੇ, ਨਾਮ ਸਿਮਰਨ, ਹੁਕਮ, ਹਜ਼ੂਰੀ, ਰਜ਼ਾ ਦਾ ਜੀਵਨ ਜੀਣ ਵਾਲੇ, ਉਹਨਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ ਜਿਹੜੇ ਪੰਚ ਹਨ ਉਹਨਾਂ ਨੂੰ ਇਸ ਜਗਤ ਦੇ ਵਿੱਚ ਹੀ ਸਨਮਾਨ ਮਿਲਦਾ ਹੈ। ਦੇਖੋ ਉਹਨਾਂ ਨੇ ਇੱਕ ਐਕਸਟ੍ਰੀਮ ਦੱਸ ਦਿੱਤੀ ਕਿ ਜਿਹੜੇ ਇਸ ਜਗਤ ਦੇ ਸਭ ਤੋਂ ਵੱਡੇ ਗਿਣੇ ਜਾਂਦੇ ਰਾਜੇ ਹਨ ਉਹਨਾਂ ਦੇ ਦਰਬਾਰਾਂ ਦੇ ਵਿੱਚ ਵੀ ਉਹਨਾਂ ਨੂੰ ਮਾਣ ਮਿਲਦਾ ਹੈ ਤੇ ਨਾਲ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਵੀ ਮਾਣ ਮਿਲਦਾ ਹੈ। ਉਹ ਇਹ ਦੋਹੇ, ਇਹਨਾਂ ਦੋਹਾਂ ਚੀਜ਼ਾਂ ਦੀ ਹੀ ਗੱਲ ਇਹਾਂ ਉਹਾਂ ਹੈ। ਇਹਨਾਂ ਦੋਹਾਂ ਚੀਜ਼ਾਂ ਦੀ ਗੱਲ ਹੀ ਇੱਥੇ ਤੇ ਉੱਥੇ ਦੇ ਵਿੱਚ ਹੈ। ਤਾਂ ਇਹਨਾਂ ਦੇ ਕਰਕੇ ਵੀ ਉਹ ਸਾਨੂੰ ਇਹਨੂੰ ਪਲੇਸ ਨਹੀਂ ਮੰਨਣਾ ਚਾਹੀਦਾ ਕਿ ਉਹਾਂ ਦਾ ਭਾਵ ਦੇਰ ਇਜ਼ ਸਮ ਸਪੈਸੀਫਿਕ ਪਲੇਸ, ਕੋਈ ਫਿਜ਼ੀਕਲ ਪਲੇਸ ਹੈਗੀ ਹੈ, ਇਹੋ ਜਿਹਾ ਦਾ ਇੱਥੇ ਕੋਈ ਅਰਥ ਨਹੀਂ ਹੈਗਾ। ਇਹ ਮੈਂਟਲ ਸਪੇਸ ਆਪਾਂ ਕਹਿ ਦਿੰਦੇ ਆ, ਜਿਵੇਂ ਜਗਤ ਦੇ, ਜਿਵੇਂ ਆਪਣੇ ਬੱਚੇ ਨੂੰ ਕੋਈ ਬੰਦਾ ਕਹਿੰਦਾ ਵੀ ਤੇਰਾ ਦਿਮਾਗ ਟਿਕਾਣੇ ਆਇਆ ਕਿ ਨਹੀਂ ਆਇਆ, ਤੇ ਹੁਣ ਟਿਕਾਣਾ ਤੇ ਕਿਸੇ ਫਿਜ਼ੀਕਲ ਪਲੇਸ ਨੂੰ ਕਿਹਾ ਜਾਂਦਾ, ਪਰ ਦਿਮਾਗ ਤਾਂ ਉੱਥੇ ਦਾ ਉੱਥੇ ਹੀ ਹੁੰਦਾ ਹੈ। ਕਹਿਣ ਤੋਂ ਭਾਵ ਇਹੀ ਹੈ ਕਿ ਉਹ ਜੋ ਸਪੇਸ ਦੀ ਗੱਲ ਕੀਤੀ ਗਈ ਹੈ ਇੱਥੇ ਉੱਥੇ ਇਹਾਂ ਉਹਾਂ, ਉਹ ਸਾਨੂੰ ਅਧਿਆਤਮਕ ਤੌਰ ਤੇ ਹੀ ਦੇਖਣਾ ਪਏਗਾ। ਫਿਜ਼ੀਕਲ ਸਪੇਸ ਮੰਨਣ ਦਾ ਇੱਥੇ ਕੋਈ ਸਕੋਪ ਨਹੀਂ ਹੈਗਾ ਜੀ। ਖਿਮਾ ਕਰਨਾ ਜੀ ਗੁਸਤਾਖੀਆਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛਾ ਦੱਸਿਆ ਜੀ, ਤਾਂ ਸੰਸਾਰਕ ਤੇ ਅਧਿਆਤਮਕ ਤੋਂ ਇਹਾਂ ਤੋਂ ਉਹਾਂ, ਤੇ ਵੀਰ ਜੀ ਨੇ ਬਥੇਰੇ ਸਾਨੂੰ ਲੰਬਾ ਚੌੜੀ ਗੱਲ ਦੱਸ ਕੇ ਸਮਝਾਈ ਹੈ। ਔਰ ਗੱਲ ਵੀ ਇਹ ਸਮਾਂ ਲਾਉਣ ਵਾਲੀ ਹੈ। ਉਹਦਾ ਕਾਰਨ ਇਹ ਹੈ ਕਿ ਜਿਸ ਤਰ੍ਹਾਂ ਮੈਂ ਪਹਿਲੇ ਬੇਨਤੀ ਕੀਤੀ ਹੈ ਵੀ ਜਿਸ ਤਰ੍ਹਾਂ ਪਰਲੋਕ ਦਾ ਸਾਡੇ ਮਨਾਂ 'ਚ ਡਰ ਬੈਠਿਆ, ਹਾਲਾਂਕਿ ਅੱਜ ਇਸ ਵੇਲੇ ਵੀਰ ਜੀ ਨੇ ਜਵਾਬ ਦਿੱਤਾ ਹੈ ਉਹ ਡਰ ਵਾਲੀ ਕੋਈ ਗੱਲ ਹੀ ਨਹੀਂ ਹੈ। ਤਾਂ ਸਾਨੂੰ ਆਪਣੇ ਕਰਮ ਠੀਕ ਰੱਖਣੇ ਚਾਹੀਦੇ ਨੇ। ਇਸ ਤਰ੍ਹਾਂ ਪਿਤਰੀ ਦੀ ਜਿਹੜੀ ਗੱਲ ਵੀਰ ਜੀ ਨੇ ਦੱਸੀ ਹੈ ਇਹ ਬਿਲਕੁਲ ਠੀਕ ਹੈ ਕਿ ਇਹ ਮਤਲਬ ਹੈ ਵੀ ਸੰਗਤ ਦਾ ਇੱਕ ਦੂਜੇ ਤੇ ਅਸਰ ਪੈਂਦਾ। ਜੇਕਰ ਸਾਡਿਆਂ ਘਰਾਂ ਵਿੱਚ ਮਾਹੌਲ ਜਿਹੜਾ ਹੈ ਉਹ ਗੁਰਮਤਿ ਅਨੁਸਾਰੀ ਹੈ ਤਾਂ ਘਰ ਦੇ ਅਸੀਂ ਹਰ ਵੇਲੇ ਸੰਗਤ ਹੀ ਕਰ ਰਹੇ, ਪਰ ਜੇਕਰ ਉਲਟ ਹੈ, ਗੁਰਮਤਿ ਉਲਟ ਹੈ, ਤੇ ਫਿਰ ਉਹ ਘਰ ਵਿੱਚ ਹੀ ਕੁਸੰਗਤ ਹੈ। ਸੋ ਇਸ ਕਰਕੇ ਇਹ ਠੀਕ ਹੈ ਕਿ ਆਮ ਤੌਰ ਤੇ ਅਸੀਂ ਸੰਗਤ ਜਿਹੜੀ ਹੈ ਉਹ ਲਫ਼ਜ਼ ਵਰਤਦੇ ਹਾਂ ਜਿਸ ਵੇਲੇ ਅਸੀਂ ਗੁਰਦੁਆਰਾ ਸਾਹਿਬ ਜਾਂ ਕਿਸੇ ਵੀ ਐਸੇ ਸਥਾਨ ਤੇ ਜਾਂਦੇ, ਪਰ ਸੰਗਤ ਦਾ ਜਿਹੜਾ ਸੰਗ ਹੈ ਉਹ ਤੇ ਹਰ ਵੇਲੇ ਹੈ। ਤੋ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਘਰ ਘਰ ਹੋਵੇ ਧਰਮਸ਼ਾਲ, ਹੋਵੇ ਕੀਰਤਨ ਸਦਾ ਵਸੋਆ। ਹਰ ਘਰ ਜਿਹੜਾ ਧਰਮਸ਼ਾਲ ਹੋਣਾ ਚਾਹੀਦਾ। ਸਾਡਾ ਜਿਹੜਾ ਟਾਰਗੇਟ ਹੈ ਉਹ ਇਹੀ ਹੋਣਾ ਚਾਹੀਦਾ ਕਿ ਉਹਦਾ ਕਾਰਨ ਇਹ ਹੈ ਕਿ ਜੇ ਆਪਾਂ ਮੰਨਦੇ ਹਾਂ ਕਿ ਵਾਹਿਗੁਰੂ ਜੀ ਸਾਡੇ ਅੰਗ ਸੰਗ ਨੇ, ਵਾਹਿਗੁਰੂ ਜੀ ਸਾਡੇ ਹਰ ਕਰਮ ਨੂੰ ਦੇਖਦੇ ਨੇ, ਤੇ ਇਹਦਾ ਮਤਲਬ ਸਾਨੂੰ ਤੇ ਹਰ ਕਰਮ, ਹਰ ਸਵਾਸ, ਤਦੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸਾਥ ਸਾਥ ਸਿਮਰੋ ਗੋਬਿੰਦ, ਹਰ ਸਵਾਸ ਸਾਨੂੰ ਬੜੇ ਠੀਕ ਤਰੀਕੇ ਨਾਲ ਚੱਲਣਾ ਚਾਹੀਦਾ ਹੈ। ਔਰ ਕਈ ਸਿਆਣੇ ਪੁਰਸ਼ ਦੱਸਦੇ ਨੇ ਵੀ ਇਹ ਕੋਈ ਔਖਾ ਕੰਮ ਨਹੀਂ ਹੈ, ਇੱਕ ਵਾਰੀ ਸ਼ੁਰੂ ਕਰ ਦਿਓ, ਕਿਉਂਕਿ ਜਿਹੜੀ ਚੀਜ਼ ਹੈਬਿਟ ਬਣ ਜਾਏ ਉਹ ਕਰਨੀ ਔਖੀ ਨਹੀਂ ਹੁੰਦੀ। ਜੇਕਰ ਆਪਾਂ ਆਪਣੇ ਜੀਵਨ ਨੂੰ ਬਿਲਕੁਲ ਸਰਲ, ਸਾਦਾ, ਸੁੱਚਾ ਔਰ ਸੱਚਾ ਜਿਹੜਾ ਉਹਦੇ ਤੇ ਚੱਲਣਾ ਸ਼ੁਰੂ ਕਰ ਦਈਏ ਤਾਂ ਫਿਰ ਮੁੜ ਕੇ ਗੱਡੀ ਉਸੇ ਲਾਈਨ ਚੱਲ ਪਏਗੀ ਤੇ ਫਿਰ ਘਰ ਘਰ ਅੰਦਰ ਧਰਮਸ਼ਾਲ ਹੋਏ। ਖੈਰ ਮੈਂ ਸਮਾਂ ਬਹੁਤਾ ਨਹੀਂ ਲੈਂਦਾ। ਉਹ ਜਿਸ ਤਰ੍ਹਾਂ ਵੀਰ ਪ੍ਰਭ ਕੀਰਤਨ ਸਿੰਘ ਨੇ ਦੱਸਿਆ, ਮੈਂ ਇੱਕ ਛੋਟੀ ਜਿਹੀ ਘਟਨਾ ਜ਼ਰੂਰ ਦੱਸਾਂਗਾ ਵੀ ਬੜੀ ਪੁਰਾਣੀ ਗੱਲ ਹੈ।
ਜਲੰਧਰ ਕਲਾਸਿਸ ਲੱਗਦੀਆਂ ਸਨ, ਤਾਂ ਉਹਦੇ 'ਚ ਬੱਚਿਆਂ ਦੀ ਕਲਾਸ ਵੀ ਰੱਖਦੀ ਸੀ। ਉਹ ਬੱਚਿਆਂ ਨੂੰ ਜਿਸ ਤਰ੍ਹਾਂ ਸਿਖਾਇਆ ਜਾਂਦਾ ਕੀਰਤਨ ਜਾਂ ਲੈਕਚਰ ਵਗੈਰਾ ਕਰਨਾ ਸਿਖਾਇਆ ਜਾਂਦਾ, ਤਾਂ ਇੱਕ ਬੱਚੀ ਨੂੰ ਲੈਕਚਰ ਖਾਲਸਾ ਸਾਜਨਾ 'ਤੇ ਸਿਖਾਇਆ, ਤੇ ਉਹ ਜਿਸ ਵੇਲੇ ਉਹਨੇ ਸੰਗਤ ਵਿੱਚ ਪੇਸ਼ ਕੀਤਾ ਤਾਂ ਉਹ ਬੜਾ ਮਤਲਬ ਆ ਵੀ ਉਹਨੇ ਭਾਵਕ ਜਿਹਾ ਕਰਕੇ ਦੱਸਿਆ ਵੀ ਅੱਜ ਅਸੀਂ ਕਰਦੇ ਕੀ ਪਏ ਹਾਂ, ਵੀ ਅਸੀਂ ਆਪਣੇ ਰੋਮਾਂ ਦੀ ਬੇਦਬੀ ਕਰ ਰਹੇ ਹਾਂ, ਅਸੀਂ ਦਾਰੂ ਪੀਂਦੇ ਹਾਂ। ਉਹਨੇ ਬੜੇ ਨਾ ਜੋਸ਼ ਵਿੱਚ ਛੋਟੀ ਬੱਚੀ ਨੇ ਕਿਹਾ, ਤੇ ਉਹਦਾ ਜਿਹੜਾ ਪਿਤਾ ਉਹ ਮੇਰਾ ਦੋਸਤ ਸੀਗਾ, ਮਤਲਬ ਚੰਗਾ ਮਿਲਣ ਵਾਲਾ ਸੀਗਾ, ਤਾਂ ਉਹ ਕਿਉਂਕਿ ਰੋਮਾਂ ਦੀ ਬੇਦਬੀ ਕਰਦਾ ਸੀ, ਉਹਨੇ ਉਸੇ ਵੇਲੇ ਉੱਥੇ ਕਹਿ ਦਿੱਤਾ, ਕਹਿੰਦੇ ਜੀ ਮੈਨੂੰ ਅੱਜ ਇੰਨੀ ਸ਼ਰਮ ਆਈ ਹੈ ਕਿ ਮੇਰੇ ਮਤਲਬ ਜੰਮੀ ਬੱਚੀ ਜਿਹੜੀ ਹੈ, ਉਹਨੇ ਜਿਸ ਵੇਲੇ ਗੱਲਾਂ ਕੀਤੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਇਹ ਮੇਰੀ ਮਤਲਬ ਵੀ ਕਹਿੰਦਾ ਮੇਰੇ ਕੋਲ ਥਾਂ ਨਹੀਂ ਸੀ। ਤਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਉਹ ਫਿਰ ਬਿਲਕੁਲ ਸਹੀ ਰਸਤੇ ਚੱਲਿਆ, ਰੋਜ਼ਾਨਾ ਗੁਰਦੁਆਰਾ ਸਾਹਿਬ ਆਉਣਾ, ਸੇਵਾ ਕਰਨੀ, ਸਭ ਕਰਨੀ, ਮੁੜ ਕੇ ਉਹਨੇ ਉਹ ਜਿਹੜੀ ਗਲਤੀ ਹੈ ਨਹੀਂ ਕੀਤੀ। ਸੋ ਮੈਂ ਸਿਰਫ ਇਸ ਕਰਕੇ ਕਹਾਣੀ ਦੱਸੀ ਹੈ ਕਿ ਜਿਹੜਾ ਵੀਰ ਜੀ ਨੇ ਪਿਤਰੀ ਦਾ ਐਕਸਪਲੇਨੇਸ਼ਨ ਦਿੱਤੀ ਬਿਲਕੁਲ ਠੀਕ ਹੈ ਕਿ ਇਹ ਸਾਡੇ ਆਪਣੇ ਇੱਕ ਦੂਜੇ ਤੇ ਜਿਹੜੇ ਅਸਰ ਪੈਂਦੇ ਨੇ। ਤੋ ਜਿਸ ਵੇਲੇ ਘਰ ਵਿੱਚ ਮਾਹੌਲ ਠੀਕ ਹੋਏਗਾ, ਚਾਹੇ ਉਹ ਬੱਚਾ ਠੀਕ ਗੱਲ ਕਰੇ, ਉਹਦੇ ਕੋਲੋਂ ਵੀ ਵੱਡਾ ਜਿਹੜਾ ਸਿੱਖ ਸਕਦਾ। ਧੰਨਵਾਦ ਵੀਰ ਪ੍ਰਭ ਕੀਰਤਨ ਸਿੰਘ ਜੀ, ਇਹ ਬੜੇ ਦੋਨੋਂ ਸਵਾਲ ਜਿਹੜੇ ਨੇ ਇਹ ਬੜੇ ਮਤਲਬ ਹੈ ਵੀ ਅਹਿਮ ਸਨ, ਔਰ ਇਹਨਾਂ ਦਾ ਸਾਡਿਆਂ ਮਨਾਂ ਵਿੱਚ ਬਹੁਤ ਸਾਰਾ ਮੁਗਾਲਤਾ ਸੀਗਾ, ਆਪ ਜੀ ਨੇ ਕੱਢ ਦਿੱਤਾ। ਬਹੁਤ ਬਹੁਤ ਧੰਨਵਾਦ। ਤੋ ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ, ਇਹ ਸ਼ਬਦ ਇੱਕ ਜਿਹੜਾ ਸਵਾਲ ਹੋਰ ਵੀਰ ਚਰਨਜੀਤ ਸਿੰਘ ਜੀ ਆਸ਼ਵਾ ਕੈਨੇਡਾ ਤੋਂ ਉਹਨਾਂ ਨੇ ਭੇਜਿਆ, ਕੁਝ ਦਿਨਾਂ ਤੋਂ ਉਹ ਸੰਗਤ ਵਿੱਚ ਜੁੜ ਰਹੇ ਨੇ, ਤੋ ਆਪ ਹੀ ਮਹਾਰਾਜ ਦੀ ਕਿਰਪਾ ਹੈ ਉਹ ਇਸ ਪਾਸੇ ਪ੍ਰਚਾਰ ਵੱਲ ਕਾਫੀ ਸਮਾਂ ਲਾਉਂਦੇ ਨੇ। ਉਹਨਾਂ ਨੇ ਪੁੱਛਿਆ ਵੀ ਹਾਰ ਹਰੇ ਨੂੰ ਸਿਹਾਰੀ ਜਿਹੜੀ ਹੈ, ਉਹ ਜਿਹੜੀ ਸਿਹਾਰੀ ਹੈ ਇਹਦਾ ਮਹੱਤਵ ਕੀ ਹੈ ਤੇ ਸਿਹਾਰੀ ਦਾ ਅਰਥ ਕੀ ਹੈ, ਵੀ ਇੱਥੇ ਕਿਉਂ ਲੱਗੀ ਹੈ। ਮੈਂ ਬੇਨਤੀ ਕਰ ਰਿਹਾ ਵੀਰ ਤੇਜਿੰਦਰ ਸਿੰਘ ਜੀ ਨੂੰ ਵੀ ਉਹ ਕਿਰਪਾ ਕਰਕੇ ਸਾਨੂੰ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਵੀ ਹਰ ਲਫ਼ਜ਼ ਹੈ ਉਹਦੇ 'ਚ ਹਰ ਜਿਹੜਾ ਹੈ ਉਹ ਉਹਦੇ ਕਰਕੇ ਨਹੀਂ ਹੈ ਕਿ ਉਹ ਹਰੀ ਦੇ ਦੁਆਰਾ ਜਾਣਾ। ਹਰੀ ਦਾ ਲਫ਼ਜ਼ ਆਪਣੇ ਆਪ ਉਸਦੇ ਸਮੇਤ ਜਿਹੜੀ ਮਾਤਰਾ ਲੱਗੀ ਹੈ ਉਹ ਓਰੀਜਨਲੀ ਆਪਣੇ ਆਪ ਭਾਵ ਵਿੱਚ ਹੈ, ਤੇ ਇਹ ਜਿਹੜੇ ਦੂਸਰੀ ਭਾਸ਼ਾ ਦੇ ਵਿੱਚੋਂ ਲਫ਼ਜ਼ ਜਿਹੜੇ ਲਏ ਜਾਂਦੇ ਹਨ ਉਹਨਾਂ ਨੂੰ ਉਸੇ ਰੂਪ ਦੇ ਅੰਦਰ ਲਿਖਿਆ ਜਾਂਦਾ ਜਿਵੇਂ ਇਹ ਸੰਸਕ੍ਰਿਤ ਦਾ ਸ਼ਬਦ ਹੈ ਹਰੀ ਜੋ ਹੈ ਸੰਸਕ੍ਰਿਤ ਵਿੱਚ। ਆਵਾਜ਼ ਬੰਦ ਹੋ ਗਈ ਵੀਰ ਜੀ ਤੇਜਿੰਦਰ ਸਿੰਘ। ਉਹ 'ਚ ਲਫ਼ਜ਼ ਆਉਂਦਾ ਹੈ ਬੱਬੇ ਨੂੰ ਅੰਕੜ, ਰਰਾ ਕੱਕੇ ਨੂੰ ਲਾਂ, ਬੁਰਕੇ ਅੰਮ੍ਰਿਤ ਬੁਰਕੇ ਰਾਮ ਰਾਜੇ। ਜਿਹਨਾਂ ਸਵਾਲ ਭੇਜਿਆ ਉਹ ਕਹਿੰਦੇ ਨੇ ਵੀ ਇਹ ਬੁਰਕੇ ਹੈ ਕਿ ਬੁਰਕੇ ਹੈ, ਭਾਵ ਇਹਨੂੰ ਅੱਧਕ ਲਾ ਕੇ ਬੋਲਣਾ ਹੈ ਕਿ ਅੱਧਕ ਤੋਂ ਬਗੈਰ ਬੋਲਣਾ, ਬੁਰਕੇ ਹੈ ਜਾਂ ਬੁਰਕੇ। ਤੋ ਸਾਧ ਸੰਗਤ ਜੀ ਮੈਂ ਬੇਨਤੀ ਕਰਦੇ ਹਾਂ ਵੀ ਇਹ ਪੈਨਲ ਵਿੱਚ ਡਿਸਕਸ ਹੋਇਆ ਸੀਗਾ, ਜਿਹੜਾ ਲਫ਼ਜ਼ ਬੁਰਕੇ ਹੈ, ਬੁਰਕੇ ਦਾ ਲਫ਼ਜ਼ ਹੈ ਛਿੱਟਾ ਦੇਣਾ। ਜਿਵੇਂ ਆਪਾਂ ਕਈ ਵਾਰੀ ਪੌਦਿਆਂ ਤੇ ਛਿੱਟਾ ਮਾਰਨੇ ਆ ਜਾਂ ਕਿਸੇ ਅਸੀਂ ਹੋਰ ਮਤਲਬ ਵੀ ਕੋਈ ਐਸੇ ਬਣੇ ਹੋਏ ਜਿਹੜੇ ਫੁਹਾਰਾ ਟਾਈਪ ਪਾਣੀ ਪਾਉਂਦੇ ਨੇ, ਉਹ ਬੁਰਕੇ ਤੇ ਭਾਵੇਂ ਛੱਟੇ ਮਾਰਦੇ। ਤੋ ਇਹ ਲਫ਼ਜ਼ ਜਿਹੜਾ ਹੈ ਇਹ ਬੁਰਕੇ ਹੀ ਠੀਕ ਹੈ, ਔਰ ਜਿਹੜਾ ਪੜ੍ਹਿਆ ਜਾ ਰਿਹਾ ਆਸਾ ਕੀ ਵਾਰ ਬੁਰਕੇ, ਪਰ ਸ਼ਾਇਦ ਉਹਨਾਂ ਨੂੰ ਇਸ ਕਰਕੇ ਥੋੜਾ ਜਿਹਾ ਮੁਗਾਲਤਾ ਲੱਗਿਆ ਕਿਉਂਕਿ ਕੁਝ ਇੱਕ ਵਿਦਵਾਨਾਂ ਨੇ ਉਹਨਾਂ 'ਚ ਮੈਂ ਦੇਖਿਆ ਕਿ ਆਪਣਾ ਜੋਗਿੰਦਰ ਸਿੰਘ ਤਲਵਾੜਾ ਨੇ ਜਿਹੜਾ ਅਰਥ ਕੀਤਾ ਉਹਦੇ 'ਚ ਉਹਨਾਂ ਨੇ ਇਹ ਅੱਧਕ ਲਾ ਕੇ ਕਿਹਾ ਵੀ ਬੁਰਕੇ, ਤੇ ਉਹਦੇ 'ਚ ਮੈਂ ਕਿਸੇ ਹੋਰ ਨਾਲ ਵੀ ਗੱਲ ਕੀਤੀ ਸੀ ਤੇ ਉਹ ਕਹਿੰਦੇ ਸੀ ਵੀ ਬੁਰਕੇ ਕਿਉਂਕਿ ਜਿਹੜਾ ਇਸਲਾਮ ਮਤ ਵਿੱਚ ਬੁਰਕਾ ਪਾਇਆ ਜਾਂਦਾ ਉਹਦਾ ਦੇਖੋ ਇੱਕ ਅੱਖਰ ਦੇ ਕਈ ਵਾਰੀ ਬਹੁਆਰਥਕ ਅਰਥ ਹੁੰਦੇ ਨੇ, ਔਰ ਆਪਾਂ ਜਿਸ ਵੇਲੇ ਭਾਈ ਕਾਹਨ ਸਿੰਘ ਜੀ ਨਾਭਾ ਦਾ ਮਹਾਨ ਕੋਸ਼ ਕੰਸਲਟ ਕਰਦੇ ਹਾਂ ਤੇ ਕਈ ਅੱਖਰ ਤੇ ਇਹੋ ਜਿਹੇ ਨੇ ਜਿਹਨਾਂ ਦੇ 70 75 ਅਰਥ ਹੈਗੇ ਨੇ ਇੱਕੋ ਅੱਖਰ। ਸੋ ਇਸ ਕਰਕੇ ਸਾਨੂੰ ਦੇਖਣਾ ਚਾਹੀਦਾ ਕਿ ਅਰਥ ਕੀ ਹੈ। ਤੋ ਜਿੱਥੇ ਬੁਰਕੇ ਦਾ ਅਰਥ ਠੀਕ ਹੈ ਕਿ ਉਹ ਬੁਰਕਾ ਪਹਿਨਣ ਵਾਲਾ ਵੀ ਹੈ, ਉੱਥੇ ਬੁਰਕੇ ਦਾ ਜਿਸ ਮੈਂ ਪਹਿਲੇ ਬੇਨਤੀ ਕੀਤੀ ਹੈ ਉਹ ਛੱਟਾ ਦੇਣਾ। ਤੋ ਇੱਥੇ ਜਿਹੜਾ ਲਫ਼ਜ਼ ਹੈ ਉਹ ਛੱਟਾ ਦੇਣ ਕਰਕੇ ਅੰਮ੍ਰਿਤ ਬੁਰਕੇ ਰਾਮ, ਵੀ ਅੰਮ੍ਰਿਤ ਦੇ ਛੱਟੇ ਪੈਂਦੇ ਨੇ। ਤੋ ਇਸ ਕਰਕੇ ਲਫ਼ਜ਼ ਜਿਹੜਾ ਇਹ ਬੁਰਕੇ ਹੀ ਪੜ੍ਹਨਾ ਹੈ, ਇਹਨੂੰ ਬੁਰਕੇ ਨਹੀਂ ਪੜ੍ਹਿਆ ਜਾ ਸਕਦਾ। ਇਹਦੀਆਂ ਹੋਰ ਵੀ ਐਗਜ਼ਾਮਪਲਸ ਮਿਲ ਸਕਦੀਆਂ ਨੇ, ਪਰ ਜਿਨ੍ਹਾਂ ਨੇ ਸਵਾਲ ਕੀਤਾ ਉਹਨਾਂ ਨੂੰ ਇਹ ਬੇਨਤੀ ਹੈ ਕਿ ਆਪ ਜੀ ਇਸ ਨੂੰ ਦੇਖੋ, ਡਿਕਸ਼ਨਰੀ 'ਚ ਦੇਖੋ ਬੁਰਕੇ ਦੇ ਅਰਥ ਹੋਰ ਕੀ ਮਿਲਦੇ ਨੇ,
तो ਜਿਹੜਾ ਪੜ੍ਹਿਆ ਜਾ ਰਿਹਾ ਆਸਾ ਕੀ ਵਾਰ ਟ੍ਰੈਡੀਸ਼ਨਲ ਤੌਰ ਤੇ ਹੁਣ ਤੱਕ ਉਹ ਅੰਮ੍ਰਿਤ ਬੁਰਕੇ ਹੀ ਪੜ੍ਹਿਆ ਜਾ ਰਿਹਾ। तो इस करके लफ्ज ਜਿਹੜਾ ਉਚਾਰਨ ਹੈ ਉਹ ਬਰਕੇ ਨਹੀਂ ਹੈ, ਉਹ ਬੁਰਕੇ ਹੀ ਹੈ। तो आस है ये गल ਜਿਹੜੀ है स्पष्ट हो गई है। तो साध संगत जी तेजिंदर सिंह जी आ गए तुम आ गए। सो तेजिंदर सिंह का कनेक्शन है, तो कृपा करके अपना सवाल दोबारा जारी कर दें। हाँ जी हाँ जी ਵਾਹਿਗੁਰੂ ਜੀ ਕੀ ਫਤਿਹ। ਹਰੀ ਲਫ਼ਜ਼ ਹੈ ਜਿਵੇਂ ਕਿ ਕੋਈ ਭਾਸ਼ਾ ਦੇ ਵਿੱਚੋਂ ਜਿਹੜੇ ਦੂਸਰੀਆਂ ਭਾਸ਼ਾ ਵਿੱਚੋਂ ਸ਼ਬਦ ਆਉਂਦੇ ਨੇ ਉਹਨਾਂ ਨੂੰ ਉਸੇ ਹੀ ਜਿਹੜੀ ਭਾਵ ਦੇ ਵਿੱਚ ਉਸ ਨੂੰ ਲਿਆ ਜਾਂਦਾ ਹੈ ਤੇ ਉਸ ਦੇ ਅੰਦਰ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ। तो हरी ਜਿਹੜਾ ਲਫ਼ਜ਼ ਹੈ ਉਹ ਸੰਸਕ੍ਰਿਤ ਦੀ ਭਾਸ਼ਾ ਵਿੱਚੋਂ ਆਇਆ ਹੈ, तो ਇਸ ਕਰਕੇ ਸੰਸਕ੍ਰਿਤ ਵਿੱਚ ਵੀ ਹਰੀ ਨੂੰ ਹਰੀ ਲਿਖਿਆ ਜਾਂਦਾ ਹੈ ਤੇ ਉਸ ਦਾ ਭਾਵ ਪਰਮਾਤਮਾ ਜਿਹੜਾ ਗੁਰਮਤਿ ਵਿੱਚ ਲਿਆ ਗਿਆ ਹੈ। ਹਾਲਾਂਕਿ ਹਰੀ ਦੇ ਕਈ ਜਿਹੜੇ ਹਨ ਅਰਥ ਹਨ, ਉਸ ਨੂੰ ਵਿਸ਼ਨੂੰ ਵੀ ਕਿਹਾ ਜਾਂਦਾ ਹੈ, ਹਰੀ ਮਤਲਬ ਬਾਂਦਰ ਨੂੰ ਵੀ ਕਿਹਾ ਜਾਂਦਾ ਹੈ, ਕਈ ਅਲੱਗ-ਅਲੱਗ ਲਫ਼ਜ਼ ਨੇ, ਮਤਲਬ ਹਜ਼ਾਰਾਂ ਉਸਦੇ ਅਰਥ ਹੈਗੇ। ਲੇਕਿਨ ਜਿਹੜਾ ਇਸ ਦੀ ਭਾਵ ਹੈ ਕਿ ਜਿਹੜੇ ਸ਼ਬਦ ਅਸੀਂ ਇਹਦੇ ਚ ਗੁਰਮਤਿ ਵਿੱਚ ਆਪਣੇ ਲੈਨੇ ਆ, ਉਸ ਹੈ ਕਿ ਜਿਹੜੇ ਤਿੰਨ ਤਰੀਕੇ ਹੁੰਦੇ ਨੇ। ਇੱਕ ਤਾਂ ਇੱਕ ਦੇਸੀ ਸ਼ਬਦ ਜਿਹੜੇ ਆਪਣੀ ਪੰਜਾਬੀ ਬੋਲੀ ਦੇ ਆਪਣੇ ਓਰੀਜਨਲ ਹੈਗੇ ਨੇ। ਦੂਸਰੇ ਉਹ ਨੇ ਜਿਹੜੇ ਕਿ ਦੂਸਰੀ ਭਾਸ਼ਾ ਦੇ ਵਿੱਚੋਂ ਮੂਲ ਸ਼ਬਦ ਲਏ ਜਾਂਦੇ ਹਨ, ਤੇ ਜਿਹੜੇ ਮੂਲ ਸ਼ਬਦ ਲਏ ਜਾਂਦੇ ਕੋਈ ਤੇ ਕੁਝ ਪੰਜਾਬੀ ਦੇ ਵਿੱਚ ਆ ਕਰਕੇ ਜਿਹੜੇ ਤਬਦੀਲੀ ਆ ਜਾਂਦੀ ਹੈ। तो ये शब्द ने ਜਿਹੜਾ ਸ਼ਬਦ ਹੈ ਸਮ ਹੈ ਤਤਸਮ। कनेक्शन मेरे ख्याल आज वीक है ਉਹਨਾਂ ਦਾ। ਕਨੈਕਸ਼ਨ ਦੀ ਪ੍ਰੋਬਲਮ ਕਰਕੇ ਉਹ ਸਾਰੀ ਗੱਲ ਪੂਰੀ ਨਹੀਂ ਕਰ ਸਕੇ, ਪਰ ਜੋ ਕੁਝ ਉਹਨਾਂ ਨੇ ਸਾਨੂੰ ਦੱਸਿਆ ਕਿ ਬਹੁਤ ਸਾਰੇ ਅੱਖਰ ਜਿਹੜੇ ਨੇ ਉਹ ਪਿੱਛੇ ਜਗੀਰ ਸਿੰਘ ਜੀ ਨੇ ਸਾਨੂੰ ਦੱਸਿਆ ਸੀਗਾ ਕਿ ਤਿੰਨ ਤਰ੍ਹਾਂ ਦੇ ਉਹਨਾਂ ਦੇ ਹੈ ਨੇ। ਇੱਕ ਉਹ ਨੇ ਜਿਹੜੇ ਸਾਡੇ ਆਪਣੀ ਭਾਸ਼ਾ ਦੇ ਨੇ, ਦੂਜੇ ਜਿਹੜੇ ਦੂਜੀ ਭਾਸ਼ਾ 'ਚੋਂ ਆਉਂਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਦੂਜੀ ਭਾਸ਼ਾ 'ਚ ਆਉਂਦੇ ਨੇ ਉਹਨਾਂ 'ਚ ਹਰੀ ਲਫ਼ਜ਼ ਜਿਹੜਾ ਦੂਜੀ ਭਾਸ਼ਾ 'ਚੋਂ ਵੀ ਆਇਆ, ਪਰ ਇਹ ਜਿਹੜਾ ਹਰੀ ਲਫ਼ਜ਼ ਹੈ ਇਹ ਪੰਜਾਬੀ ਦਾ ਲਫ਼ਜ਼ ਵੀ ਜਿਹੜਾ ਹਰ ਜਾਂ ਹਰੀ, ਇਹ ਪੰਜਾਬੀ ਦਾ ਵੀ ਲਫ਼ਜ਼ ਜਿਹੜਾ ਇਹ ਸਾਨੂੰ ਮਿਲਦਾ। ਤੋ ਇਸ ਕਰਕੇ ਇਹ ਜਿਹੜਾ ਸਿਹਾਰੀ ਲੱਗੀ ਹੈ, ਇਹ ਕੋਈ ਮਤਲਬ ਹੈ ਵੀ ਵੀਰ ਜੀ ਦਾ ਸਵਾਲ ਇਹ ਸੀ ਕਿ ਹਾਹਾ ਰੇ ਨੂੰ ਸਿਹਾਰੀ ਕਿਉਂ ਲੱਗੀ, ਸਿਹਾਰੀ ਦਾ ਮਤਲਬ ਕੀ ਹੈ? ਇਹ ਜਿਵੇਂ ਵੀਰ ਜੀ ਦੱਸ ਰਹੇ ਸੰਤ ਤੇਜਿੰਦਰ ਸਿੰਘ ਜੀ ਕਿ ਇਹ ਲਫ਼ਜ਼ ਦੀ ਬਣਤਰ ਹੀ ਇਸ ਤਰ੍ਹਾਂ ਹੈ, ਤੋ ਮਹੱਤਵ ਤਾਂ ਇਸ ਕਰਕੇ ਜਦ ਲਫ਼ਜ਼ ਦਾ ਪਾਰਟ ਆਫ ਦਾ ਵਰਡ ਹੈ, ਇਸ ਕਰਕੇ ਉਹ ਸਿਹਾਰੀ ਜਿਹੜੀ ਬੋਲੀ ਜਾਂਦੀ ਹੈ। ਅਰਥ ਦਾ ਜਿਹੜਾ ਹੈ ਜਿਵੇਂ ਉਹਨਾਂ ਨੇ ਦੱਸਿਆ ਵੀ ਅਰਥ ਤੇ ਬਹੁਤ ਸਾਰੇ ਕਈ ਸੈਂਕੜੇ ਨੇ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਮੋਸਟਲੀ ਇਹਦਾ ਅਰਥ ਆਇਆ ਉਹ ਹਰੀ ਵਾਹਿਗੁਰੂ ਲਈ ਆਇਆ। ਤੋ ਆਸ ਹੈ ਵੀਰ ਚਰਨਜੀਤ ਸਿੰਘ ਜੀ ਇਸ ਇੰਨੀ ਕੁ ਐਕਸਪਲੇਨੇਸ਼ਨ ਨਾਲ ਆਪ ਜੀ ਨੂੰ ਠੀਕ ਸਮਝੋਗੇ। ਉਸ ਤੋਂ ਬਾਅਦ ਕਿਉਂਕਿ ਤੁਸੀਂ ਖੁਦ ਰਿਸਰਚ ਕਰਦੇ ਹੋ, ਹੋਰ ਵੀ ਕੋਈ ਗੱਲ ਹੋਵੇ ਤਾਂ ਸਾਨੂੰ ਜ਼ਰੂਰ ਕਿਰਪਾ ਕਰਕੇ ਦੱਸਣਾ। ਤੋ ਸਾਧ ਸੰਗਤ ਜੀ ਪਹਿਲਾ ਜਿਹੜਾ ਸ਼ਬਦ ਸਵਾਲ ਚੱਲ ਰਿਹਾ ਸੀਗਾ ਬੁਰਕੇ ਦਾ, ਉਹਦੇ ਬਾਰੇ ਵੀਰ ਅਵਤਾਰ ਸਿੰਘ ਜੀ ਸੋਹਲ ਉਹਨਾਂ ਨੇ ਇਨਪੁਟ ਦਿੱਤੀ ਕਿ ਪਸ਼ੂਆਂ ਨੂੰ ਤੂੜੀ ਉੱਤੇ ਜਿਹੜਾ ਆਟਾ ਪਾਉਂਦੇ ਨੇ ਤੇ ਉਹਨੂੰ ਹੀ ਬੁਰਕਣਾ ਕਹਿੰਦੇ। ਸੋ ਮਤਲਬ ਤੇ ਇਹੀ ਹੈ ਕਿ ਬੁਰਕਣਾ ਮੈਂ ਛੱਟੇ ਦੇਣੇ, ਤੇ ਚਾਹੇ ਉਹ ਆਟੇ ਦੇ ਹੋਣ ਪਾਣੀ ਦੇ ਹੋਣ। ਤਾਂ ਇਸੇ ਤਰ੍ਹਾਂ ਬਾਣੀ ਵਿੱਚ ਜਿਹੜਾ ਆਇਆ ਅੰਮ੍ਰਿਤ ਬੁਰਕੇ ਰਾਮ, ਅੰਮ੍ਰਿਤ ਦੇ ਛੱਟੇ ਜਿਹੜੇ ਨੇ ਉਹ ਸਾਡੀ ਮਨ ਤੇ ਪੈਂਦੇ। ਤੋ ਖੈਰ ਅੱਜ ਦੇ ਥੋੜਾ ਜਿਹਾ ਇੱਕ ਦੋ ਸਵਾਲਾਂ ਦਾ ਅੱਗੇ ਪਿੱਛੇ ਕਰਨਾ ਪਿਆ, ਉਹਦੀ ਮੈਂ ਖਿਮਾ ਮੰਗਦਾ। ਔਰ ਕੁਛ ਵੀਰ ਜੀ ਤੇਜਿੰਦਰ ਸਿੰਘ ਜੀ ਦਾ ਕਨੈਕਸ਼ਨ ਜਿਹੜਾ ਉਹਨੇ ਸਾਥ ਨਹੀਂ ਦਿੱਤਾ, ਉਹ ਭਾਵੇਂ ਸਾਡੇ ਕੰਟਰੋਲ ਤੋਂ ਬਾਹਰ ਹੈ, ਪਰ ਫਿਰ ਵੀ ਉਹਦੇ ਲਈ ਵੀ ਖਿਮਾ ਮੰਗਦੇ ਹਾਂ। ਤੋ ਸਾਧ ਸੰਗਤ ਜੀ ਅੱਜ ਦੀ ਇਸ ਵਿਸ਼ੇ ਨੂੰ ਨਿਭਾਉਂਦੇ ਆ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ। ਜਾਂ ਜਿਸ ਤਰ੍ਹਾਂ ਅਸੀਂ ਹਰ ਵਾਰੀ ਬੇਨਤੀ ਕਰੀਦੀ ਹੈ ਕਿ ਗੁਰਬਾਣੀ ਅਗਾਧ ਬਹੁਤ ਹੈ ਜੀ, ਕੋਈ ਵੀ ਕਲੇਮ ਨਹੀਂ ਕਰ ਸਕਦਾ ਕਿ ਜੋ ਦੱਸਦਾ ਉਹ ਬਿਲਕੁਲ ਫਾਈਨਲ ਹੈ, ਨਹੀਂ। ਇਹਦੀ ਤੇ ਅੱਗੇ ਤੋਂ ਅੱਗੇ ਗੱਲ ਜਿਹੜੀ ਚੱਲਦੀ ਰਹਿੰਦੀ ਹੈ। ਤੋ ਆਪ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਕਿਰਪਾ ਕਰਦੇ ਹੋ, ਇਸੇ ਤਰ੍ਹਾਂ ਆਪਣੀ ਇਨਪੁਟ ਜਿਹੜੀ ਹੈ ਉਹ ਦਿੰਦੇ ਰਿਹਾ ਕਰੋ। ਅੱਜ ਵੀ ਗਰੁੱਪ ਚੈਟ ਵਿੱਚ ਵੀਰ ਜਸਪੀਰ ਸਿੰਘ ਜੀ ਭਾਟੀਆ ਉਹਨਾਂ ਨੇ ਲਿਖਿਆ, ਤੇ ਉਹ ਵੀਰ ਪ੍ਰਭ ਕੀਰਤਨ ਸਿੰਘ ਨੂੰ ਬੇਨਤੀ ਹੈ ਵੀ ਉਹ ਦੇਖ ਲਓ ਬਈ ਉਹਨਾਂ ਨੇ ਜਿਹੜਾ ਲਿਖਿਆ ਉਹਦੇ ਬਾਰੇ ਕੁਛ ਤੁਸੀਂ ਹੁਣ ਉੱਤਰ ਦੇਣਾ ਜਾਂ ਕਿਸ ਤਰ੍ਹਾਂ। ਹਾਂਜੀ, ਮੈਂ ਪੜ੍ਹਿਆ ਜੀ ਕਮੈਂਟ ਉਹਨਾਂ ਦਾ ਵੀਰ ਜੀ ਦਾ।
ਪਰ ਉਹ ਮੈਨੂੰ ਉਹਦੇ ਵਿੱਚ ਪ੍ਰਸ਼ਨ ਕੋਈ ਨਹੀਂ ਲੱਭਾ, ਸਿਰਫ ਉਹਨਾਂ ਨੇ ਇੰਨਾ ਹੀ ਲਿਖਿਆ ਕਿ ਸਾਇੰਟੀਫਿਕ ਐਵੀਡੈਂਸ ਹੈ ਕਿ ਇੱਕ ਹੋਰ ਪਲੇਨ ਆਫ ਰੈਲਮ ਆਫ ਐਗਜ਼ਿਸਟੈਂਸ ਉਹਨਾਂ ਨੇ ਲਿਖਿਆ ਹੈ। ਤੋ ਇਹਦੇ ਬਾਰੇ ਤਾਂ ਹੁਣ ਸਾਇੰਟਿਸਟ ਹੀ ਦੱਸ ਸਕਦੇ ਨੇ। ਅਸੀਂ ਤਾਂ ਗੁਰਬਾਣੀ ਸਿਧਾਂਤ ਦੀ ਗੱਲ ਕੀਤੀ ਹੈ ਕਿ ਉਹਦੇ ਵਿੱਚ ਇਹ ਦੋ ਹੀ ਚੀਜ਼ਾਂ ਆਉਂਦੀਆਂ ਨੇ ਜਿਨ੍ਹਾਂ ਦਾ ਆਪਾਂ ਡਿਸਕਸ ਕੀਤਾ। ਬਾਕੀ ਇਹਦੇ ਬਾਰੇ ਹੋਰ ਵਿਚਾਰ, ਇਹ ਵਿਸ਼ਾ ਗੰਭੀਰ ਹੈ ਕਿਉਂਕਿ ਇਹਦੇ ਬਾਰੇ ਬਹੁਤ ਸਾਰੇ ਹੋਰ ਵਿਚਾਰ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ। ਤੋ ਇਹਦੇ ਬਾਰੇ ਵਿਚਾਰ ਲੰਬੀ, ਆਪ ਜੀ ਕਿਸੇ ਵੇਲੇ ਕਿਸੇ ਸਿਆਣੇ ਬੰਦੇ ਦੀ ਡਿਊਟੀ ਲਗਾ ਕੇ ਤੇ ਬੇਸ਼ੱਕ ਵਿਸ਼ਾ ਵੀ ਕਿਸੇ ਵੇਲੇ ਰੱਖ ਲਓ ਤੇ ਕੋਈ ਹਰਜ ਨਹੀਂ ਹੈ। ਜਸਵੀਰ ਸਿੰਘ ਜੀ ਨੇ ਨਾਲ ਲਿਖਿਆ ਵੀ ਹੈ ਕਿ that different physical space। ਹਾਂਜੀ, ਫਿਜ਼ੀਕਲ ਸਪੇਸ ਨਹੀਂ ਹੈ। ਬਾਕੀ ਉਹ ਸਾਇੰਟੀਫਿਕ ਗੱਲ ਉਹਨਾਂ ਨੇ ਲਿਖੀ ਹੈ, ਉਹਦੇ ਬਾਰੇ ਮੈਂ ਕੰਪੀਟੈਂਟ ਨਹੀਂ ਹਾਂ ਉਹਦੇ ਬਾਰੇ ਦੱਸਣ ਲਈ। ਉਹ ਕੋਈ ਸਾਇੰਟਿਸਟ ਹੀ ਦੱਸ ਸਕਦਾ ਹੈ ਜੀ ਅਗਰ ਕੋਈ ਉਹਦੇ ਬਾਰੇ ਗੱਲ ਕਰਨੀ ਹੈ। ਠੀਕ ਹੈ ਜੀ, ਧੰਨਵਾਦ। ਤੋ ਸਾਧ ਸੰਗਤ ਜੀ, ਆਪ ਦਾ ਬਹੁਤ ਬਹੁਤ ਧੰਨਵਾਦ ਹੈ। ਸੰਗਤ ਵਿੱਚ ਇੱਕ ਦੋ ਨਵੀਆਂ ਆਈਡੀਜ਼ ਦਿਸ ਰਹੀਆਂ। ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਅੱਜ ਵੀਰ ਭੈਣਾਂ ਨਵੇਂ ਆਏ ਨੇ ਉਹ ਕਿਰਪਾ ਕਰਕੇ ਆਪਣੇ ਆਪ ਨੂੰ ਅਨਮਿਊਟ ਕਰਕੇ ਫਤਿਹ ਦੀ ਸਾਂਝ ਪਾ ਲਓ ਜੀ। ਤੋ ਜਿਹੜੇ ਮੈਨ ਦੇ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ। ਮੈਂ ਫਤਿਹ। ਡਾਕਟਰ ਸੁਰਿੰਦਰ ਸਿੰਘ